ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਿਸਾਨਾਂ ਦੀ 22 ਜਨਵਰੀ ਦੀ। ਜੀ ਹਾਂ, 22 ਜਨਵਰੀ ਤੋਂ ਬਾਅਦ ਟੁੱਟੀਆਂ ਗੱਲਬਾਤ ਦੀਆਂ ਤਾਰਾਂ ਇੱਕ ਵਾਰ ਮੁੜ ਤੋਂ ਜੁੜਨ ਦੀ ਉਮੀਦ ਜਾਗੀ ਹੈ ਤੇ ਉਮੀਦ ਇਸ ਕਰਕੇ ਕਿਉਂਕਿ ਪਹਿਲ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਕੇ ਗੱਲਬਾਤ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਹੈ। ਗੱਲਬਾਤ ਟੁੱਟਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ, ਸਾਰਿਆਂ ਨੂੰ ਯਾਦ ਹੋਏਗਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਗੱਲਬਾਤ ਦੇ ਲਈ ਹਮੇਸ਼ਾ ਤਿਆਰ ਹੈ। ਉਹ ਸਿਰਫ ਇੱਕ ਕਾਲ ਦੂਰ ਨੇ ਕਿ ਇੱਕ ਫੋਨ ਕਰੋ, ਗੱਲਬਾਤ ਸ਼ੁਰੂ ਹੋ ਜਾਏਗੀ। ਤਾਂ ਕਿ ਕਿਸਾਨਾਂ ਦੇ ਵੱਲੋਂ ਇਹ ਚਿੱਠੀ ਉਹ ਫੋਨ ਵਾਲੀ ਘੰਟੀ ਹੀ ਹੈ ਜੋ ਕਿਸਾਨਾਂ ਦੇ ਵੱਲੋਂ ਹੁਣ ਵਜਾ ਦਿੱਤੀ ਗਈ ਹੈ ਤੇ ਕੀ ਹੁਣ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਸਵਾਲ ਇਹ ਵੀ ਹੈ ਕਿ ਨਵੇਂ ਦੌਰ ਦੇ ਵਿੱਚ ਗੱਲਬਾਤ ਕਿਸ ਪੁਆਇੰਟ ਤੋਂ ਸ਼ੁਰੂ ਹੋਏਗੀ, ਜਿਸ ਪੁਆਇੰਟ ਤੇ ਖਤਮ ਹੋਈ ਸੀ ਉੱਥੋਂ ਹੀ, ਜਾਂ ਕੋਈ ਨਵੇਂ ਨੁਕਤੇ ਹੋਣਗੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਵੇਗੀ। ਕਿਉਂਕਿ ਕਿਸਾਨ ਕਹਿੰਦੇ ਨੇ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਣੇ ਹੈ, ਜੋ ਮੰਗ ਹੈ ਸਾਡੀ। ਸਰਕਾਰ ਕਹਿੰਦੀ ਹੈ ਕਿ ਤੁਸੀਂ ਅਮੈਂਡਮੈਂਟ ਕਰਵਾ ਲਓ, ਅਸੀਂ ਰੱਦ ਨਹੀਂ ਕਰਨੇ। ਜੋ ਇਸ ਸਮੇਂ ਤੱਕ ਸਥਿਤੀ ਬਣੀ ਹੋਈ ਹੈ, ਜੋ ਪੁਰਾਣੀ ਗੱਲਬਾਤ ਜਦੋਂ ਟੁੱਟੀ 22 ਜਨਵਰੀ ਨੂੰ, ਉਸ ਸਮੇਂ ਦੀ ਸਥਿਤੀ ਹੈ ਪਿਛਲੇ 4 ਮਹੀਨਿਆਂ ਤੋਂ ਆਲਮੋਸਟ ਸੇਮ ਹੈ। ਤਾਂ ਹੁਣ ਜੇ ਨਵਾਂ ਦੌਰ ਗੱਲਬਾਤ ਦਾ ਸ਼ੁਰੂ ਹੁੰਦਾ ਹੈ ਤਾਂ ਕੀ ਇਸ ਨਵੇਂ ਦੌਰ ਦੇ ਵਿਚਾਲੇ ਕਿਸੇ ਨਵੇਂ ਨੁਕਤੇ ਉੱਤੇ ਗੱਲਬਾਤ ਹੋਵੇਗੀ ਕਿ ਦੋਵੇਂ ਧਿਰਾਂ ਕੁਝ ਕਦਮ ਅੱਗੇ ਵਧਾਉਣਗੀਆਂ, ਕਿ ਕਿਸਾਨ ਵੀ ਇੱਕ ਦੋ ਕਦਮ ਅੱਗੇ ਵਧਣ, ਸਰਕਾਰ ਵੀ ਇੱਕ ਅੱਧਾ ਕਦਮ ਅੱਗੇ ਵਧੇ। ਤੇ ਕੀ ਕਰੋਨਾ ਨੂੰ ਧਿਆਨ ਦੇ ਵਿੱਚ, ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਕਰੋਨਾ ਦੇ ਕੇਸਿਸ ਵਧੇ ਨੇ, ਬੇਸ਼ੱਕ ਥੋੜੇ ਜਿਹੇ ਘਟ ਰਹੇ ਹੋਣ, ਪਰ ਕਰੋਨਾ ਦਾ ਖਤਰਾ ਟਲਿਆ ਨਹੀਂ ਹੈ। ਇਸ ਵਿਚਾਲੇ ਬਲੈਕ ਫੰਗਸ ਵੀ ਹੈ। ਤਾਂ ਕਿ ਕਰੋਨਾ ਦੇ ਇਸ ਹਾਲਾਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੇਂਦਰ ਦੀ ਸਰਕਾਰ ਕੋਈ ਵੱਡਾ ਕਦਮ ਚੁੱਕੇਗੀ ਕਿਸਾਨਾਂ ਦੇ ਲਈ, ਦੇਸ਼ ਦੇ ਲੋਕਾਂ ਦੇ ਲਈ, ਇਸ ਪ੍ਰਦਰਸ਼ਨ ਨੂੰ ਸਮਾਪਤੀ ਦੇ ਵੱਲ ਲੈ ਕੇ ਜਾਣ ਦੇ ਲਈ। ਤਾਂ ਪ੍ਰਾਈਮ ਟਾਈਮ 'ਚ ਅੱਜ ਗੱਲ ਕਰਾਂਗੇ ਕਿ ਚਿੱਠੀ ਗੱਲਬਾਤ ਦੇ ਤਾਰ ਜੋੜੇਗੀ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਮੁੜ ਗੱਲਬਾਤ ਦੀ ਗੱਲ ਚੱਲੀ ਹੈ, ਪਰ ਇਸ ਵਾਰ ਪਹਿਲ ਕਿਸਾਨਾਂ ਨੇ ਕੀਤੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ, ਪਰ ਚਿੱਠੀ 'ਚ ਮੁੜ ਉਹੀ ਮੰਗ ਦੁਹਰਾਈ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਟੁੱਟੀ ਸੀ। ਇਸੇ ਵਿਚਾਲੇ ਸੰਯੁਕਤ ਮੋਰਚੇ ਨੇ ਅਗਲੀ ਰਣਨੀਤੀ ਘੜਨ ਦੀ ਵੀ ਗੱਲ ਕਹੀ ਹੈ। ਕਿਸਾਨ 25 ਮਈ ਤੱਕ ਸਰਕਾਰ ਦਾ ਜਵਾਬ ਉਡੀਕਣਗੇ ਤੇ ਫਿਰ ਉਸ ਤੋਂ ਬਾਅਦ ਅੱਗੇ ਦੇ ਪ੍ਰੋਗਰਾਮ ਉਲੀਕਣਗੇ। ਦਿੱਲੀ ਮੋਰਚੇ ਦੇ 6 ਮਹੀਨੇ ਪੂਰੇ ਹੋਣ ਤੇ 26 ਮਈ ਨੂੰ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਮਨਾਉਣ ਦਾ ਵੀ ਐਲਾਨ ਕੀਤਾ ਹੈ। ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਵੀ 26 ਤਾਰੀਖ ਨੂੰ ਤੁਹਾਡੀ ਕਾਰਗੁਜ਼ਾਰੀ ਤੇ 22 ਜਨਵਰੀ ਤੋਂ ਬਾਅਦ ਇੱਕ ਵੀ ਮੀਟਿੰਗ ਸਰਕਾਰ ਨੇ ਨਹੀਂ ਬੁਲਾਈ। ਇਹ ਸਰਕਾਰ ਵੱਲੋਂ ਗੱਲਬਾਤ ਦਾ ਰਸਤਾ ਬੰਦ ਹੋਇਆ। ਅਸੀਂ ਕਦੀ ਇਨਕਾਰ ਨਹੀਂ ਕੀਤਾ ਗੱਲਬਾਤ ਤੋਂ, ਔਰ ਅਸੀਂ ਰੀਸੈਂਟਲੀ ਇੱਕ ਚਿੱਠੀ ਲਿਖ ਕੇ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਭਈ ਤੁਹਾਡੀ ਉਹ ਜਿਹੜੀ ਇੱਕ ਕਾਲ ਦੀ ਦੂਰੀ ਆ ਉਹ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਸਾਨਾਂ ਦੀ ਚਿੱਠੀ ਦੇ ਨਾਲ ਹੀ ਸਿਆਸਤ ਵੀ ਦੁਬਾਰਾ ਕਿਸਾਨੀ ਮੋਰਚੇ ਦੇ ਵੱਲ ਮੁੜਨ ਲੱਗੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਦਾ ਸੱਦਾ ਕਬੂਲ ਕਰਨ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਹੋਣਾ ਚਾਹੀਦਾ ਹੈ ਤੇ ਮਹਾਮਾਰੀ ਦੌਰਾਨ ਸਰਕਾਰ ਨੂੰ ਕਿਸਾਨਾਂ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਹੈ। ਮੈਂ ਚਾਹੁੰਦਾ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਜਿਹੜੇ ਮੰਗਾਂ ਨੇ ਉੱਤੇ ਜਿਹੜੇ ਤਿੰਨੋਂ ਕਾਲੇ ਕਾਨੂੰਨ ਨੇ ਉਹ ਵਾਪਸ ਲੈ ਕੇ MSP ਦੀ ਗਾਰੰਟੀ ਦੇ ਕੇ ਤੇ ਉਹਨਾਂ ਨੂੰ ਤੁਸੀਂ ਵਾਪਸ ਇਹ ਜਿਹੜਾ ਮਸਲਾ ਹੱਲ ਹੋ ਜਾਊਗਾ, ਉਹ ਵਾਪਸ ਆ ਜਾਣਗੇ। ਆਹੀ ਮੈਂ ਬੇਨਤੀ ਤੁਹਾਨੂੰ ਕਰਦਾ। ਉਮੀਦ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਔਰ ਇਸ ਮਸਲੇ ਦਾ ਹੱਲ ਕੱਢੋਗੇ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨੋਗੇ। ਮੈਂ ਆਹੀ ਤੁਹਾਡੇ ਨਾਲ ਬੇਨਤੀ ਕਰਦਾ। ਮੈਂ ਚਿੱਠੀ ਵੀ PMO ਆਫਿਸ ਵਿੱਚ ਲਿਖ ਰਿਹਾ। ਪੂਰੇ 4 ਮਹੀਨੇ ਬਾਅਦ ਗੱਲਬਾਤ ਸ਼ੁਰੂ ਕਰਨ ਦੇ ਲਈ ਚਿੱਠੀਆਂ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋ ਗਿਆ, ਪਰ ਕਿਸਾਨਾਂ ਨੇ ਆਪਣੀ ਚਿੱਠੀ ਭੇਜ ਕੇ ਕੇਂਦਰ ਦੇ ਪਾਲੇ 'ਚ ਗੇਂਦ ਸੁੱਟੀ ਹੈ। ਹੁਣ ਬਸ ਉਡੀਕ ਕੇਂਦਰ ਦੇ ਜਵਾਬ ਦੀ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਪੰਕਜ ਕਬਾਹੀ, ਨਿਊਜ਼ 18 ਪੰਜਾਬ। ਤਾਂ ਹੁਣ ਸਵਾਲ ਇਹ ਹੈ ਕਿ ਗੱਲਬਾਤ ਕੀ ਮੁੜ ਤੋਂ ਸ਼ੁਰੂ ਹੋਵੇਗੀ। ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡੀ ਪਹਿਲ ਕੀਤੀ ਗਈ ਹੈ। ਲਾਜ਼ਮੀ ਤੌਰ ਤੇ ਇੱਕ ਵੱਡੀ ਪਹਿਲ ਹੈ ਕਿ 4 ਮਹੀਨੇ ਤੋਂ ਗੱਲਬਾਤ ਬੰਦ ਸੀ ਤੇ ਇਸ ਵਿਚਾਲੇ ਕਿਸਾਨ ਵੀ ਚਾਹੁੰਦੇ ਨੇ ਗੱਲਬਾਤ ਹੋਵੇ, ਉਹ ਲਗਾਤਾਰ ਕਹਿ ਰਹੇ ਨੇ। ਤੇ ਦੂਜੇ ਪਾਸੇ ਸਰਕਾਰ ਦੇ ਬਿਆਨ ਤਾਂ ਆਉਂਦੇ ਨੇ ਪਰ ਪਹਿਲ ਨਹੀਂ ਹੋਈ। ਪਹਿਲ ਹੋਈ ਹੈ ਸਾਫ਼ ਤੌਰ ਤੇ ਕਿਸਾਨਾਂ ਦੇ ਵੱਲੋਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਜਿਨ੍ਹਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ, ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ, ਇਸ ਪੂਰੇ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਹੋਏਗੀ। ਉਹਨਾਂ ਦੇ ਨਾਲ ਤਾਰੁਫ ਕਰਵਾਉਂਦੇ ਹਾਂ ਤੁਹਾਡੇ ਨਾਲ।
ਸਾਡੇ ਨਾਲ ਦਿਆਲ ਸਿੰਘ ਸੋਢੀ ਜੀ ਜੁੜ ਰਹੇ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਬੀਜੇਪੀ ਤੋਂ ਬਹੁਤ ਸਵਾਲ ਹੈ, ਹੁਣ ਗੇਂਦ ਬੀਜੇਪੀ ਵਾਲੇ ਪਾਲੇ ਦੇ ਵਿੱਚ ਸੁੱਟੀ ਗਈ ਹੈ ਕਿਸਾਨਾਂ ਦੇ ਵੱਲੋਂ, ਤਾਂ ਉਸ ਨੂੰ ਲੈ ਕੇ ਕੀ ਕੁਝ ਬੀਜੇਪੀ ਦੇ ਆਗੂ ਕਹਿੰਦੇ ਨੇ ਉਸ ਦੇ ਉੱਤੇ ਨਜ਼ਰ ਹੋਵੇਗੀ। ਸਾਡੇ ਨਾਲ ਸਰਵਨ ਸਿੰਘ ਪੰਧੇਰ ਜੀ ਜੁੜ ਰਹੇ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਨੇ, ਜਨਰਲ ਸਕੱਤਰ ਨੇ। ਪੰਧੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸੋਢੀ ਜੀ ਤੁਹਾਡਾ ਵੀ ਸਵਾਗਤ ਹੈ। ਸਾਡੇ ਨਾਲ ਕੁਝ ਹੀ ਪਲਾਂ ਦੇ ਵਿੱਚ ਕਾਂਗਰਸ ਦੇ ਨੁਮਾਇੰਦੇ ਜੁੜਨਗੇ, ਪ੍ਰਿਤਪਾਲ ਸਿੰਘ ਬਲੀਏਵਾਲ ਜੀ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨਰਿੰਦਰ ਸਿੰਘ ਜੀ ਜੁੜ ਰਹੇ ਨੇ, ਐਡਵੋਕੇਟ ਨਰਿੰਦਰ ਸਿੰਘ ਟਵਾਣਾ ਜੀ। ਸਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਇਸ ਗੱਲਬਾਤ ਦੇ ਵਿੱਚ। ਸ਼ੁਰੂਆਤ ਕਰਦੇ ਹਾਂ ਅੱਜ ਸਭ ਤੋਂ ਪਹਿਲਾਂ ਗੱਲ ਬੀਜੇਪੀ ਤੋਂ ਹੀ ਸਵਾਲ ਦੇ ਨਾਲ। ਸੋਢੀ ਸਾਹਿਬ, ਪਹਿਲਾ ਸਵਾਲ ਇਹੀ, ਚਿੱਠੀ ਪਹੁੰਚ ਚੁੱਕੀ ਹੈ, ਜਿਹੜੀ ਕਾਲ ਦਾ ਇੰਤਜ਼ਾਰ ਕਰ ਰਹੇ ਸੀ ਪ੍ਰਧਾਨ ਮੰਤਰੀ ਜਾਂ ਬੀਜੇਪੀ ਜਾਂ ਸਰਕਾਰ, ਜਿਹੜੀ ਉਹ ਕਾਲ ਕਹਿੰਦੇ ਸੀ ਕਿ ਕਾਲ ਦੂਰ ਹੈ ਸਰਕਾਰ, ਉਹ ਕਾਲ ਇੱਕ ਤਰੀਕੇ ਨਾਲ ਕਿਸਾਨਾਂ ਨੇ ਕਰ ਦਿੱਤੀ, ਚਿੱਠੀ ਲਿਖ ਦਿੱਤੀ ਕਿ ਆਓ ਗੱਲਬਾਤ ਕਰੀਏ। ਦੱਸੋ ਹੁਣ ਇਸ ਸਮੇਂ ਕੀ ਬੀਜੇਪੀ ਸੋਚ ਰਹੀ ਹੈ, ਬੀਜੇਪੀ ਕੀ ਕਰ ਰਹੀ ਹੈ? ਉਮੀਦ ਕਰੀਏ ਕਿ ਅਗਲੇ 24 ਘੰਟਿਆਂ 'ਚ ਵਾਪਸ ਜਵਾਬ ਆ ਜਾਏਗਾ। 25 ਮਈ ਤੱਕ ਦਾ ਇੰਤਜ਼ਾਰ ਕਿਸਾਨਾਂ ਨੇ ਕਰਨ ਨੂੰ ਕਿਹਾ ਕਿ ਅਸੀਂ 25 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਵਾਬ ਦਾ। ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ 22 ਜਨਵਰੀ ਤੋਂ ਲੈ ਕੇ ਹੁਣ ਤੱਕ 4 ਮਹੀਨਿਆਂ ਦਾ ਜਿਹੜਾ ਸਰਕਾਰ ਤੇ ਕਿਸਾਨਾਂ ਵਿਚਾਲੇ ਇੱਕ ਜਿਹੜਾ ਲੋਕਡਾਊਨ ਦਾ ਮਾਹੌਲ ਬਣਿਆ ਹੋਇਆ ਸੀਗਾ, ਮੈਂ ਸਮਝਦਾ ਕਿ ਚਲੋ 4 ਮਹੀਨੇ ਵੀ ਗੱਲ ਦੇ ਵਿੱਚ ਨਹੀਂ ਪੈਣੇ ਚਾਹੀਦੇ ਸੀਗੇ, ਗੱਲ ਪਹਿਲਾਂ ਹੋਣੀ ਚਾਹੀਦੀ, ਚਲੋ ਦੇਰ ਹੋ ਗਈ ਹੈ। ਲੇਕਿਨ ਜਿਹੜੀ ਕੱਲ ਕਿਸਾਨਾਂ ਵੱਲੋਂ ਮੋਦੀ ਸਾਹਿਬ ਨੂੰ ਜਿਹੜੀ ਹੈਗੀ ਹੈ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕੀਤੀ ਗਈ ਹੈ, ਉਹਦੇ ਲਈ ਚਲੋ ਮੈਂ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਇੱਕ ਕੌਲ ਦੂਰ ਆ, ਤੇ ਚਲੋ ਜੇ ਕਿਸਾਨਾਂ ਨੇ ਪਹਿਲ ਕੀਤੀ ਹੈ ਤੇ ਮੈਂ ਉਸ ਚੀਜ਼ ਦਾ ਸਵਾਗਤ ਵੀ ਕਰਦਾ ਜੀ। ਜਿੱਥੇ ਮੈਂ ਉਸ ਚੀਜ਼ ਦਾ ਸਵਾਗਤ ਕਰਦਾ ਤੇ ਨਾਲ ਮੈਂ ਇਸ ਲਈ ਵੀ ਆਸਬੰਦ ਹਾਂ ਕਿ ਕੱਲ ਤੱਕ ਮੈਨੂੰ ਉਮੀਦ ਹੈ ਕਿ ਕੇਂਦਰ ਵੱਲੋਂ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਹੈ ਜੀ, ਉਹਦੇ ਲਈ ਜਿਹੜਾ ਹੈਗਾ ਕੇਂਦਰ ਵੀ ਪਹਿਲ ਕਦਮੀ ਕਰੇਗਾ, ਔਰ ਜਿਹੜਾ ਮਾਹੌਲ ਹੈ ਉਹ ਵੀ ਸਖਾਵੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਦੋਨਾਂ ਬੰਨਿਓਂ ਜਿਸ ਤਰ੍ਹਾਂ ਪਹਿਲਾਂ 11 ਮੀਟਿੰਗਾਂ ਹੋਈਆਂ ਜੀ, ਲੇਕਿਨ ਜਿਸ ਤਰ੍ਹਾਂ ਦਾ ਹੁਣ ਜਿਹੜਾ ਕਿਸਾਨਾਂ ਨੇ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਇੱਕ ਸੱਦਾ ਭੇਜਿਆ ਤੇ ਕੇਂਦਰ ਸਰਕਾਰ ਵੀ ਇਸ ਸੱਦੇ ਨੂੰ ਕਬੂਲ ਕਰੂਗੀ ਤੇ ਆਉਣ ਵਾਲੇ ਮੈਨੂੰ ਲੱਗਦਾ 1-2 ਦਿਨਾਂ ਦੇ ਵਿੱਚ ਦੁਬਾਰਾ ਮੀਟਿੰਗ ਹੋ ਕੇ ਜਿਹੜਾ ਇਹ ਦੁਬਾਰਾ ਫੇਰ ਗੱਲਬਾਤ ਰਾਹੀਂ ਮਸਲਾ ਹੱਲ ਹੋਣ ਵੱਲ ਜਾ ਰਿਹਾ ਹੈ। ਸਾਨੂੰ ਇਹਦੇ ਲਈ ਆਸਬੰਦ ਰਹਿਣਾ ਚਾਹੀਦਾ। ਆਸਵੰਦ ਹੈ ਸਰ, ਹਰ ਕੋਈ ਆਸਵੰਦ ਹੈ। ਬਹੁਤ ਉਮੀਦ ਜਾਗੀ ਹੈ ਕਿ ਠੀਕ ਹੈ, ਇੱਕ ਚਿੱਠੀ ਲਿਖੀ ਗਈ ਹੈ, ਗੱਲਬਾਤ ਸਿੱਧੇ ਤੌਰ ਦੇ ਉੱਤੇ ਇੱਕ ਪਲੇਟਫਾਰਮ ਦੇ ਉੱਤੇ ਤਾਂ ਆਵੇ ਕਿ ਗੱਲਬਾਤ ਤਾਂ ਹੋਵੇ। ਜਦੋਂ ਪਿਛਲੀ 11 ਮੀਟਿੰਗਸ ਹੋਈਆਂ ਨੇ, ਇੱਕ ਮੀਟਿੰਗ ਅਸੀਂ ਕਵਰ ਕੀਤੀ ਹੈ ਔਰ ਹਰ ਮੀਟਿੰਗ ਤੇ ਉਮੀਦ ਹੁੰਦੀ ਸੀ ਕਿ ਸ਼ਾਇਦ ਅੱਜ ਕੋਈ ਨਤੀਜਾ ਨਿਕਲ ਆਵੇ, ਸ਼ਾਇਦ ਅੱਜ ਕੋਈ ਨਤੀਜਾ ਨਿਕਲ ਆਵੇ। ਤਾਂ ਜਦੋਂ ਗੱਲਬਾਤ ਹੋਏਗੀ ਉਮੀਦ ਵੀ ਤਾਂ ਹੀ ਕਰਾਂਗੇ। ਪਰ ਸੋਢੀ ਸਾਹਿਬ, ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਾਂ, ਪਰ ਉਸ ਤੋਂ ਪਹਿਲਾਂ ਇੱਕ ਸਵਾਲ ਹੈ। ਕਿਸਾਨਾਂ ਨੇ ਬਹੁਤ ਵੱਡੀ ਪਹਿਲ ਕਰਤੀ, 4 ਮਹੀਨੇ ਬਾਅਦ ਚਿੱਠੀ ਲਿਖ ਕੇ ਪਹਿਲ ਕਰਤੀ। ਹੁਣ ਸਰਕਾਰ ਦੀ ਵਾਰੀ ਹੈ ਸਰ, ਹੁਣ ਬੀਜੇਪੀ ਦੀ ਵਾਰੀ ਹੈ ਕਿ ਹੁਣ ਬੀਜੇਪੀ ਪਹਿਲ ਕਰੇਗੀ ਜਾਂ ਉਹੀ ਪੁਰਾਣੇ ਫਾਰਮੂਲੇ ਦੇ ਉੱਤੇ ਤੁਸੀਂ ਅੜੇ ਹੋਏ ਹੋ? ਉਮੀਦ ਕਰਨ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਜਿਹੜੇ ਇਸ ਸਮੇਂ ਬਾਰਡਰਾਂ ਦੇ ਉੱਤੇ ਬੈਠੇ ਨੇ, ਉਹ ਚਾਹੇ ਕਿਸੇ ਵੀ ਸਟੇਟ ਦੇ ਹੋਣ, ਕਿ ਹੁਣ ਬੀਜੇਪੀ ਜਦੋਂ ਸਰਕਾਰ ਕੇਂਦਰ ਦੀ ਗੱਲਬਾਤ ਕਰੇਗੀ ਇੱਕ ਨਵੇਂ ਰੂਪ 'ਚ, ਨਵੇਂ ਦੌਰ 'ਚ ਗੱਲਬਾਤ ਹੋਏਗੀ, ਉਸ ਪੁਆਇੰਟ ਤੋਂ ਅੱਗੇ ਵੱਧ ਕੇ ਜਿਸ ਪੁਆਇੰਟ ਤੇ ਪਿਛਲੀ ਵਾਰ ਛੱਡੀ ਗਈ ਸੀ ਪੂਰੀ ਗੱਲਬਾਤ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਮਸਲਾ ਕੋਈ ਵੀ ਹੈ ਉਹ ਗੱਲਬਾਤ ਰਾਹੀਂ ਹੱਲ ਹੋਣਾ। ਅਸੀਂ ਪੰਜਾਬ ਬੀਜੇਪੀ ਵੱਲੋਂ ਵੀ ਆਪਦੀ ਹਾਈ ਕਮਾਂਡ ਨੂੰ ਬੇਨਤੀ ਹੈ ਕਿ ਜਲਦੀ ਇਸ ਜਿਹੜਾ ਹੈਗਾ ਹੁਣ ਸੱਦਾ ਪੱਤਰ ਗਿਆ ਹੈ, ਇਹਨੂੰ ਆਪਾਂ ਕਬੂਲ ਕਰਕੇ ਇਹ ਮਸਲੇ ਨੂੰ ਆਪਾਂ ਹੱਲ ਕਰੀਏ। ਸਾਰੇ ਜਾਣਦੇ ਹੋ ਕਿ ਜਿਹੜਾ ਪਹਿਲਾ ਮਸਲਾ ਜਿੱਥੇ ਖੜਾ ਸੀ ਕਿਸਾਨਾਂ ਵੱਲੋਂ, ਹੁਣ ਵੀ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਕਾਨੂੰਨ ਆ ਰੱਦ ਕੀਤੇ ਜਾਣ ਔਰ ਜਿਹੜੀ ਆਪਣੀ MSP ਹੈ ਉਹਨੂੰ ਲੀਗਲੀ ਬਣਾਇਆ ਜਾਵੇ ਜੀ। ਔਰ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਸਰਕਾਰ ਨੇ ਇਹਨਾਂ ਨੂੰ ਇੱਕ ਦਿੱਤਾ ਸੀਗਾ ਜਿਹੜਾ ਪ੍ਰਸਤਾਵ, ਉਹਦੇ ਵਿੱਚ ਗੱਲ ਕਹੀ ਸੀ ਕਿ ਅਸੀਂ 2 ਸਾਲ ਲਈ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਅਸੀਂ ਹੋਲਡ ਕਰ ਦਿੰਦੇ ਆ, ਸਸਪੈਂਡ ਕਰ ਦਿੰਦੇ ਆ, ਔਰ ਮਾਨਯੋਗ ਸੁਪਰੀਮ ਕੋਰਟ ਨੇ ਵੀ ਜਿਹੜੇ ਉਹ ਕਾਨੂੰਨਾਂ ਦੇ ਉੱਪਰ ਜਿਹੜਾ ਸੀਗਾ ਸਟੇ ਦੇ ਦਿੱਤੀ ਸੀ ਜੀ। ਲੇਕਿਨ ਕੱਲ ਮੈਂ ਇੱਕ ਬਹੁਤ ਹੀ ਸੀਨੀਅਰ ਕਿਸਾਨ ਆਗੂ ਨੇ ਉਹਨਾਂ ਦਾ ਇੱਕ ਬਿਆਨ ਵੀ ਸੁਣ ਰਿਹਾ ਸੀ ਤੁਹਾਡੇ ਚੈਨਲ ਰਾਹੀਂ। ਉਹਨਾਂ ਨੇ ਕਿਹਾ ਸੀ ਕਿ ਜਦੋਂ ਸਵਾਲ ਕੀਤਾ ਸੀ ਪੱਤਰਕਾਰ ਨੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਅਸੀਂ ਬੈਠਾਂਗੇ ਤੇ ਬੈਠ ਕੇ ਜਦੋਂ ਗੱਲਬਾਤ ਟੇਬਲ ਦੇ ਉੱਪਰ ਹੋਊਗੀ ਤੇ ਹੋ ਸਕਦਾ ਹੈ ਕਿ ਇਹ ਜਿਹੜੀ ਗੱਲਬਾਤ ਵਿਚਾਲੇ ਅੜੀ ਹੈ ਇਹਦੇ ਵਿੱਚੋਂ ਕੋਈ ਨਵਾਂ ਪ੍ਰਸਤਾਵ ਨਿਕਲ ਕੇ ਗੱਲ ਸਿਰੇ ਲੱਗ ਜੇ। ਦੇਖੋ ਮੈਂ ਇਹੀ ਉਮੀਦ ਕਰਦਾ ਕਿ ਜਿੱਥੇ ਕੋਈ ਜੈਸ ਨੋ ਵਾਲੀ ਸਥਿਤੀ ਹੈ, ਚਾਹੇ ਉਹ ਸਰਕਾਰ ਵੱਲੋਂ ਹੈ ਚਾਹੇ ਕਿਸਾਨਾਂ ਵੱਲੋਂ ਹੈ, ਉਹ ਦੋਨਾਂ ਵੱਲੋਂ ਇੱਕ ਕਦਮ ਉਹ ਵਧਾਵੇ, ਇੱਕ ਕਦਮ ਇਹ ਵਧਣਗੇ। ਤੇ ਮੈਨੂੰ ਪੂਰਨ ਉਮੀਦ ਹੈ ਕਿ ਜਿਹੜਾ ਮਸਲਾ ਹੁਣ ਜਿਹੜੀ ਇਹ ਚਿੱਠੀ ਲਿਖੀ ਗਈ ਹੈ, ਇਹ ਇੱਕ ਸਰਕਾਰ ਲਈ ਵੀ ਸੁਨਹਿਰੀ ਮੌਕਾ ਤੇ ਕਿਸਾਨਾਂ ਲਈ ਵੀ ਸੁਨਹਿਰੀ ਮੌਕਾ ਹੈ ਤੇ ਇਹਨੂੰ ਜਿਹੜਾ ਹੈਗਾ ਬਿਲਕੁਲ ਸਾਰਥਕ ਹੱਲ ਵੱਲ ਲੈ ਕੇ ਜਾਇਆ। ਹੁਣ ਸਵਾਲ ਤਾਂ ਇਹੀ ਆ ਗਿਆ ਕਿ ਤੁਸੀਂ ਦੱਸ ਦਿਓ ਨਾ, ਆਪਣੇ ਵਾਲਾ ਕਦਮ ਤੁਸੀਂ ਵਧਾ ਦਿਓ,
ਉਹਨਾਂ ਨੇ ਤਾਂ ਵਧਾਤਾ, ਹੁਣ ਤੁਸੀਂ ਆਪਣੇ ਵਾਲਾ ਕਦਮ ਵਧਾ ਦਿਓ। ਡਾਕਟਰ ਦਰਸ਼ਨਪਾਲ ਨਾਲ ਗੱਲਬਾਤ ਹੋ ਰਹੀ ਸੀ, ਮੈਂ ਹੀ ਗੱਲਬਾਤ ਕਰ ਰਿਹਾ ਸੀ। ਉਹ ਜਦੋਂ ਚਿੱਠੀ ਰਿਲੀਜ਼ ਕੀਤੀ ਗਈ, ਚਿੱਠੀ ਦੀ ਗੱਲ ਸਾਹਮਣੇ ਆਈ, ਉਸ ਤੋਂ ਬਾਅਦ ਡਾਕਟਰ ਦਰਸ਼ਨਪਾਲ ਨਾਲ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨਾਂ ਨੇ ਕਿਹਾ ਸੀ ਕਿ ਕੋਈ ਪ੍ਰਪੋਜ਼ਲ ਹੋਏਗਾ ਤਾਂ ਅਸੀਂ ਉਸ ਦੇ ਉੱਤੇ ਵਿਚਾਰ ਕਰ ਸਕਦੇ ਹਾਂ, ਪਰ ਫਿਲਹਾਲ ਸਾਡੀਆਂ ਇਹੀ ਮੰਗਾਂ ਨੇ ਕਿ ਕਾਨੂੰਨ ਰੱਦ ਹੋਣ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਸਾਡੇ ਨਾਲ ਪੰਦੇਰ ਸਾਹਿਬ ਜੁੜੇ ਹੋਏ ਨੇ। ਪੰਦੇਰ ਸਾਹਿਬ, ਮੈਂ ਇੱਥੋਂ ਹੀ ਸ਼ੁਰੂਆਤ ਕਰਦਾ। ਚਿੱਠੀ ਲਿਖ ਕੇ ਬਹੁਤ ਵੱਡੀ ਪਹਿਲ ਤਾਂ ਤੁਸੀਂ ਕਰ ਦਿੱਤੀ ਹੈ, ਪੁਰਾਣੇ ਨੁਕਤੇ ਨੇ ਜਾਂ ਕੋਈ ਨਵੇਂ ਨੁਕਤੇ ਦੇ ਉੱਤੇ ਗੱਲਬਾਤ ਹੋ ਸਕਦੀ ਹੈ? ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਕੋਈ ਬਦਲ ਲੈ ਕੇ ਇਸ ਵਾਰ ਕਿਸਾਨ ਚੱਲਣਗੇ ਜਾਂ ਨਹੀਂ? ਦੇਖੋ ਜੀ, ਦੋ ਗੱਲਾਂ ਵਾ। ਤੁਹਾਡਾ ਸਵਾਲ ਵੀ ਇੱਕ ਤਾਂ ਮੈਂ ਪਹਿਲੋਂ ਆਪਣਾ ਪੱਖ ਰੱਖਦਾ ਵੀ ਲੋਕਤੰਤਰ ਵਿੱਚ ਸਰਕਾਰਾਂ ਦੇ ਦਾਅਵੇ ਵੀ ਅਸੀਂ ਲੋਕਾਂ ਦੁਆਰਾ ਚੁਣੇ ਜਾਂਦੇ, ਲੋਕ ਚੁਣਦੇ ਆ ਜੀ, ਕਹਿੰਦੇ ਬਹੁਮਤ ਨਾਲ ਚੁਣ ਕੇ ਆਉਂਦੇ ਆ ਜੀ। ਲੋਕਾਂ ਦੀ ਰਾਏ ਬਹੁਤ ਅਹਿਮ ਰੱਖਦੀ ਆ। ਜਦੋਂ ਕੋਈ ਗੱਲ ਲੱਗੇ ਲੋਕਾਂ ਨੂੰ ਵੀ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ, ਸਾਨੂੰ ਇਹ ਸਰਕਾਰ ਦਾ ਕਾਇਦਾ ਕਾਨੂੰਨ ਠੀਕ ਨਹੀਂ ਲੱਗਾ, ਉਹ ਲੋਕਤੰਤਰ ਵਿੱਚ ਆਪਦੀ ਆਵਾਜ਼ ਚੱਕਦੇ ਹੁੰਦੇ ਆ, ਆਵਾਜ਼ ਚੱਕਦੇ ਗੱਲ ਮਨਾਉਂਦੇ ਹੁੰਦੇ ਆ। ਜਦੋਂ ਸਰਕਾਰਾਂ ਗੱਲ ਨਾ ਸੁਣ ਤੇ ਅੜੀਆਂ ਹੋਣ ਤੇ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੋਵੇ ਵੀ ਦੋਵੇਂ ਧਿਰਾਂ ਅੜੀਆਂ, ਜਦੋਂ ਮੀਡੀਆ ਵੀ ਬੋਲਦਾ ਉਹ ਕਹਿੰਦਾ ਦੋਵੇਂ ਧਿਰਾਂ ਅੜੀਆਂ ਹੋਈਆਂ ਨੇ, ਨੈਰੇਟਿਵ ਬਣਦਾ ਹੁੰਦਾ ਜੀ। ਸਰਕਾਰ ਭਾਵੇਂ ਪਹਿਲੋਂ ਕਹਿੰਦੇ ਸੀ 1 ਸਾਲ ਦੀ ਦੂਰੀ ਆ ਜਾਂ ਅਸੀਂ ਗੱਲ ਕਰਨ ਨੂੰ ਤਿਆਰ ਆ ਜੀ, ਕੋਈ ਨਵਾਂ ਪ੍ਰਸਤਾਵ ਚਲੋ ਕੋਈ ਤਾਂ ਚਲੋ ਸੰਯੁਕਤ ਮੋਰਚੇ ਨੇ ਚਿੱਠੀ ਲਿਖ ਕੇ ਇਹ ਲੋਕਾਂ 'ਚ ਗੱਲ ਵੀ ਖੜੀ ਆ ਮੀਡੀਆ ਥਰੂ ਵੀ ਸਾਡਾ ਕੋਈ ਅਣਖ ਦਾ ਸਵਾਲ ਨਹੀਂ, ਸਾਡਾ ਤੇ ਆਉਣ ਵਾਲੀਆਂ ਭਵਿੱਖ ਦਾ ਸਵਾਲ ਹੈ, ਅਸੀਂ ਕੋਈ ਅੜੀਅਲ ਨਹੀਂ ਹੈ। ਸਰਕਾਰ ਗੱਲਬਾਤ ਕਰੇ ਤੇ ਗੱਲਬਾਤ ਰਾਹੀਂ ਅੱਗੇ ਵੇਖਦੇ ਆ ਵੀ ਕੀ ਸਰਕਾਰ ਕੀ ਪੱਖ ਰੱਖਦੀ ਗੱਲਬਾਤ 'ਚ, ਅਸੀਂ ਕੀ ਰੱਖਦੇ ਆ। ਉਵੇਂ ਦੋਵੇਂ ਤਰ੍ਹਾਂ ਦੇ ਪੱਖ ਤਾਂ ਓਪਨਲੀ ਗਏ ਹੋਏ ਨੇ ਵੀ ਕੀ ਪੱਖ ਨੇ, ਫਿਰ ਵੀ ਗੱਲਬਾਤ ਹੋਣੀ ਚਾਹੀਦੀ ਆ, ਫਿਰ ਦੇਖਾਂਗੇ ਕੀ ਨਿਬੜਦਾ ਕੀ ਨਹੀਂ ਨਿਬੜਦਾ। ਜੋ ਕਿਸਾਨਾਂ ਦੀ ਜਿਹੜੀ ਸਹਿਮਤੀ ਆ ਉਹ ਜਿਹੜੇ ਪ੍ਰਸਤਾਵ ਸਾਡਾ ਸੀ ਵੀ ਖੇਤੀ ਦੇ 3 ਕਾਨੂੰਨ ਰੱਦ ਕਰਨ ਵਾਲੀ ਗੱਲ ਤੇ ਕਿਸਾਨਾਂ ਦੀ ਸਹਿਮਤੀ ਆ ਜਾਂ ਬਾਕੀ ਜਿਹੜੇ ਮਸਲਿਆਂ ਤੇ ਆ, ਤਾਂ ਉਹੀ ਨੇ ਅਜੇ ਤੱਕ ਉਹਨਾਂ ਤੇ ਹੀ ਗੱਲਬਾਤ ਹੋਊਗੀ। ਸੋ ਆਪਣੀਆਂ ਦਲੀਲਾਂ ਦੇਣਗੇ, ਸਰਕਾਰ ਆਪਦੀ ਗੱਲ ਕਰੂ। ਮੈਂ ਬਹੁਤ ਸਪਸ਼ਟ ਸਵਾਲ ਪੁੱਛੂੰਗਾ, ਕੋਈ ਘਮਾਉਣ ਫਿਰਾਉਣ ਵਾਲੀ ਗੱਲ ਨਹੀਂ। ਬਹੁਤ ਸਾਰੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਗੱਲ ਹੋਏਗੀ ਜੋ ਮੈਂ ਤੁਹਾਨੂੰ ਪੁੱਛਣ ਜਾ ਰਿਹਾ, ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਵੀ ਕੱਲ ਤੋਂ ਰੁਝਾਨ ਦੇਖ ਰਹੇ ਹਾਂ। ਸੋਸ਼ਲ ਮੀਡੀਆ ਨੂੰ ਆਪਾਂ ਇੱਕ ਸਾਈਡ ਤੇ ਵੀ ਰੱਖ ਲਈਏ। ਆਮ ਤੌਰ ਤੇ ਜਦ ਦੋ ਧਿਰਾਂ ਦੇ ਵਿੱਚ ਗੱਲਬਾਤ ਟੁੱਟੇ ਤੇ ਕੁਝ ਸਮੇਂ ਬਾਅਦ ਕੋਈ ਇੱਕ ਧਿਰ ਪਹਿਲ ਕਰੇ ਤੇ ਆਮ ਤੌਰ ਤੇ ਇੱਕ ਧਾਰਨਾ ਬਣਾ ਲਈ ਜਾਂਦੀ ਹੈ ਕਿ ਇਹ ਧਿਰ ਥੋੜੀ ਜਿਹੀ ਢਿੱਲੀ ਪੈ ਰਹੀ ਹੈ, ਕਿ ਵਾਕਈ ਕਿਸਾਨ ਸੋਚ ਰਹੇ ਨੇ ਕਿ ਕੋਈ ਨਵੇਂ ਬਦਲ ਦੇ ਉੱਤੇ ਜਾ ਕੇ ਗੱਲਬਾਤ ਹੋਣੀ ਚਾਹੀਦੀ ਹੈ, ਜਾਂ ਜਿਹੜਾ ਪੁਰਾਣਾ ਪ੍ਰਪੋਜ਼ਲ ਸੀ ਉਸ ਦੇ ਵਿੱਚ ਕੁਝ ਸਾਲ ਵਧਾ ਦਿੱਤੇ ਜਾਣ, ਅਸੀਂ ਉਸ ਦੇ ਉੱਤੇ ਗੱਲਬਾਤ ਕਰ ਸਕਦੇ ਹਾਂ। ਮੈਨੂੰ ਨਹੀਂ ਲੱਗਦਾ, ਬਾਕੀ ਤਾਂ ਸੰਯੁਕਤ ਮੋਰਚੇ ਦੇ ਆਗੂ ਵੱਧ ਸਪਸ਼ਟ ਕਰ ਸਕਦੇ ਆ। ਮੈਨੂੰ ਨਹੀਂ ਲੱਗਦਾ ਕੋਈ ਇਹੀ ਗੱਲ ਹੈ ਜਦੋਂ ਤੱਕ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਆ ਜੀ। ਤੇ ਜਦੋਂ ਤੱਕ ਗੱਲ ਹੈਗਾ ਵੀ ਜਿਹੜਾ ਨੈਰੇਟਿਵ ਸੀਗਾ ਉਹ ਤੋੜ ਦਿੱਤਾ। ਜਦੋਂ ਹੁੰਦੀ ਸੀ ਵੀ ਦੋਵੇਂ ਧਿਰਾੜੀਆਂ ਹੋਈਆਂ, ਤੁਹਾਡੇ ਤੁਸੀਂ ਜਦੋਂ ਵੀ ਕੋਈ ਭਾਜਪਾ ਦਾ ਪ੍ਰਵਕਤਾ ਸਾਧਦੇ ਹੋ ਇਹ ਦੱਸਣ ਜੀ, ਸਾਨੂੰ ਜੀ ਲਿਖ ਦੇਣ ਜੀ, ਫਿਰ ਠੀਕ ਹੈ ਜੀ ਅਸੀਂ ਗੱਲ ਕਰਨ ਨੂੰ ਤਿਆਰ ਆ ਜੀ, ਇਹ ਪ੍ਰਸਤਾਵ ਹੀ ਨਹੀਂ ਦਿੰਦੇ ਜੀ। ਉਹ ਚੀਜ਼ ਤਾਂ ਖਤਮ ਕੀਤੀ ਹੈ ਚਿੱਠੀ ਨੇ ਵੀ ਭਾਈ ਅਸੀਂ ਗੱਲ ਕਰਨ ਨੂੰ ਤਿਆਰ, ਲਿਖਤੀ ਦੇ ਦਿੱਤਾ। ਹੁਣ ਇਹ ਸਰਕਾਰ ਗੱਲ ਕਰਨਾ ਚਾਹੁੰਦੀ ਹੈ ਕਿ ਨਹੀਂ ਕਰਨਾ ਚਾਹੁੰਦੀ, ਇਹ ਉਹ ਦੱਸੂਗੀ। ਅਸੀਂ ਤਾਂ ਕਰਨਾ ਹੀ ਚਾਹੁੰਦੇ ਜਿਸ ਕਰਕੇ ਪੰਡੇਰ ਸਾਹਿਬ, ਇਹ ਤਾਂ ਇੱਕ ਚੀਜ਼ ਤਾਂ ਬੜੀ ਕਲੀਅਰ ਲੱਗ ਰਹੀ ਹੈ, ਹਾਲਾਂਕਿ ਕੀ ਹੋਏਗਾ ਨਹੀਂ ਪਤਾ, ਪਰ ਪਿਛਲੀਆਂ ਜਿਹੜੀਆਂ ਮੀਟਿੰਗਸ ਹੋਈਆਂ ਜਾਂ ਗੱਲਬਾਤ ਨੂੰ ਲੈ ਕੇ ਜੋ ਵੀ ਸਟੇਟਮੈਂਟਸ ਆਈਆਂ, ਇਹ ਤਾਂ ਲੱਗ ਰਿਹਾ ਕਿ ਅਗਲੇ 1-2 ਦਿਨ ਦੇ ਵਿੱਚ ਇਨਵੀਟੇਸ਼ਨ ਗੱਲਬਾਤ ਦਾ ਆ ਜਾਵੇ ਜਾਂ ਫਿਰ ਰਿਸਪੌਂਡ ਤਾਂ ਕੋਈ ਨਾ ਕੋਈ ਸਰਕਾਰ ਕਰ ਦੇਵੇ ਪੋਜ਼ਿਟਿਵ ਤਰੀਕੇ ਦੇ ਨਾਲ। ਪਰ ਫਿਰ ਗੱਲ ਘੁੰਮ ਕੇ ਉੱਥੇ ਆ ਕੇ ਖੜੀ ਹੋ ਜਾਏਗੀ ਕਿ ਹੁਣ ਗੱਲ ਹੋਵੇ ਕਿਵੇਂ, ਯਾਨੀ ਕਿ ਕਿਹੜੇ ਪੁਆਇੰਟ ਦੇ ਉੱਤੇ ਹੋਵੇ। ਫਿਰ ਸਰਕਾਰ ਕਹੇਗੀ ਕਿ ਅਸੀਂ ਤਾਂ ਜੀ ਉਸੇ ਪੁਆਇੰਟ ਤੇ ਖੜੇ ਹਾਂ, ਜਾਂ ਅਸੀਂ ਦੱਸੋ ਤੁਸੀਂ ਤੁਹਾਡੇ ਕੋਲ ਕੀ ਪ੍ਰਪੋਜ਼ਲ ਹੈ, ਸਾਡੇ ਕੋਲ ਭੇਜ ਦਿਓ। ਤੇ ਤੁਸੀਂ ਕਹੋਗੇ ਜੀ ਅਸੀਂ ਤਾਂ ਕਾਨੂੰਨ ਰੱਦ ਕਰਵਾਉਣ ਦੇ ਉੱਤੇ ਖੜੇ ਹਾਂ, ਤਾਂ ਫਿਰ ਗੱਲ ਫਿਰ ਉੱਥੇ ਹੀ 4 ਮਹੀਨੇ ਪਹਿਲਾਂ ਵਾਲੇ ਪੁਆਇੰਟ ਦੇ ਉੱਤੇ ਪਹੁੰਚ ਜਾਏਗੀ। ਦੇਖੋ ਮੈਂ 2 ਗੱਲਾਂ ਕਰਦਾ। ਦੇਖੋ ਇੱਕ ਤਾਂ ਤੋਮਰ ਜੀ ਜਦੋਂ ਗੱਲਬਾਤ ਕਰਦੇ ਹੁੰਦੇ ਸੀ ਤੇ ਮੀਡੀਆ ਨੇ ਕਹਿਣਾ ਵੀ ਗੱਲਬਾਤ ਤਾਂ ਕੋਈ ਲੱਗਦੀ ਨਹੀਂ, ਤੁਸੀਂ ਸੋਧਾਂ ਵਾਲੀ ਗੱਲ ਕਰਦੇ ਜੋ, ਤੇ ਕਿਸਾਨ ਜਿਹੜੇ ਆ ਉਹ ਕਾਨੂੰਨ ਰੱਦ ਕਰਨ ਦੀ ਗੱਲ ਕਰਦੇ ਆ। ਤੋਮਰ ਜੀ ਕਹਿੰਦੇ ਹੁੰਦੇ ਸੀ ਬੇਸ਼ੱਕ ਅਸੀਂ ਦੋਵੇਂ ਧਿਰਾਂ ਆਪਦੇ ਪੱਖ ਤੇ ਖੜੇ ਆ, ਪਰ ਫਿਰ ਵੀ ਗੱਲਬਾਤ ਹੋਣੀ ਚਾਹੀਦੀ ਆ। ਗੱਲਬਾਤ ਦੇ ਵਿੱਚ ਇੱਕ ਤਾਂ ਆਪਸੀ ਤਾਲਮੇਲ ਵੱਧਦਾ ਵਾ ਤੇ ਕੋਈ ਰਮਿਆ ਰਾਹ ਨਿਕਲ ਸਕਦਾ ਵਾ ਜੀ। ਤਾਂ ਇਹੀ ਗੱਲ ਹੈ ਵੀ ਅਸੀਂ ਤਾਂ ਗੱਲਬਾਤ ਦਾ ਹਾਂ ਪੱਖੀ ਗੱਲ ਕਹੀ ਆ ਸਰਕਾਰ ਦਾ। ਹੁਣ ਸਰਕਾਰ ਦਾ ਹਾਂ ਪੱਖ ਆ, ਇਹ ਜ਼ਰੂਰੀ ਨਹੀਂ ਵੀ ਜਿਹੜੀ ਗੱਲ ਸਰਕਾਰ ਹੀ ਮਨਾਉਣਾ ਚਾਹੁੰਦੀ ਹੈ ਵੀ ਸਾਡੇ ਮੁਤਾਬਕ ਹੀ ਫੈਸਲਾ ਕਰੋ, ਫਿਰ ਤਾਂ ਫੈਸਲਾ ਹੋਇਆ ਵਾ, ਫਿਰ ਤਾਂ ਗੱਲਬਾਤ ਦੀ ਵੀ ਲੋੜ ਨਹੀਂ ਹੈਗੀ। ਸਰਕਾਰ ਬੋਲ ਦੇਵੇ ਅਸੀਂ ਜੈਸ ਕਰ ਦਈਏ। ਗੱਲਬਾਤ ਇਸ ਗੱਲ ਹੀ ਆ ਵੀ ਗੱਲਬਾਤ ਸਿਰੇ ਨਹੀਂ ਲੱਗ ਰਹੀ। ਕਿਉਂ ਨਹੀਂ ਸਿਰੇ ਲੱਗ ਰਹੀ? ਕਿ ਉਹ ਮੈਰਿਟ ਦੇ ਆਧਾਰ ਤੇ ਹੱਲ ਨਹੀਂ ਹੋ ਰਹੀ। ਸਵਾਲ ਤਾਂ ਇਹੀ ਹੈ ਨਾ ਜੀ। ਜਿੱਤੇ ਬੋਲਾਂਗੇ ਵੀ ਅਸੀਂ ਕਿਉਂ ਚਾਹੁੰਦੇ ਕਾਨੂੰਨ ਰੱਦ ਕੀਤੇ ਜਾਣ ਤਾਂ ਲੰਮੀਆਂ ਦਲੀਲਾਂ ਹੋ ਜਾਣਗੀਆਂ।
ਸੋ ਅਜੇ ਤੱਕ ਸਾਰੀਆਂ ਜਥੇਬੰਦੀਆਂ ਦਾ ਸਮੂਥਲੀ ਫੈਸਲਾ ਇਹੀ ਹੈ ਵੀ ਖੇਤੀ ਕਾਨੂੰਨ ਰੱਦ ਕੀਤੇ ਜਾਣ ਜੀ। ਸਰਕਾਰ ਨੂੰ ਲੱਗਦਾ ਜਦੋਂ ਉਹਨਾਂ ਦੇ ਅਧਿਕਾਰੀ ਬੰਦੇ ਆ, ਸਰਕਾਰ ਦੇ ਆਪਣੇ ਮੰਤਰੀ ਬੰਦੇ ਆ, ਤੇ ਦਲੀਲ ਚੱਲਦੀ ਆ ਭਾਵੇਂ 2 ਘੰਟੇ 4 ਘੰਟੇ 5 ਘੰਟੇ। ਹਾਂ, ਕੋਈ ਢੇਰਿਆ ਆਪਣੀ ਦਲੀਲ ਦੇ ਕੇ ਦੂਜੇ ਨੂੰ ਕਨਵਿੰਸ ਕਰ ਦੇ ਵੀ ਸਾਡੀ ਦਲੀਲ ਭਾਰੂ ਆ ਜੀ, ਸਾਡੀ ਗੱਲ ਮੰਨੀ ਜਾਣੀ ਚਾਹੀਦੀ ਹੈ। ਇਹ ਤਾਂ ਮੀਟਿੰਗ ਦਾ ਸਵਾਲ ਹੋ ਗਿਆ। ਠੀਕ ਹੈ, ਹੁਣ ਸਵਾਲ ਤਾਂ ਇੱਥੇ ਵੀ ਠੀਕ ਹੈ, ਅਸੀਂ ਕਹਿ ਦਿੱਤਾ ਵਾ, ਇੱਕ ਗੱਲ ਸੁਣ ਲਿਓ ਮੇਰੀ, ਵੀ ਮੀਟਿੰਗ ਹੋਣੀ ਚਾਹੀਦੀ ਆ, ਪਰ ਅਸੀਂ ਨਹੀਂ ਕਹਿੰਦੇ ਵੀ ਮੀਟਿੰਗ ਸਰਕਾਰ ਨਾ ਸੱਦੇ, ਪਰ ਸਰਕਾਰ ਵਾਲਾ ਰਵੱਈਆ ਤਾਂ ਨਹੀਂ ਲੱਗਦਾ ਮੀਟਿੰਗ ਸੱਦਣ ਵਾਲਾ, ਜੋ ਸਰਕਾਰ ਦਾ ਅੱਜ ਤੱਕ ਦੀ ਪਹੁੰਚ ਆ ਉਹ ਮੀਟਿੰਗ ਨਾ ਸੱਦਣ ਵਾਲੇ ਰਵੱਈਏ। ਠੀਕ ਹੈ, ਆਪਾਂ ਅੱਗੇ ਵਧਦੇ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਵਾਲ ਬਹੁਤ ਸਾਰੇ ਨੇ ਇਸ ਸਮੇਂ। ਸਾਡੇ ਨਾਲ ਐਡਵੋਕੇਟ ਨਰਿੰਦਰ ਸਿੰਘ ਜੀ ਜੁੜੇ ਨੇ ਆਮ ਆਦਮੀ ਪਾਰਟੀ ਤੋਂ, ਤੇ ਇਸ ਵਿਚਾਲੇ ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਜੀ ਜੁੜ ਚੁੱਕੇ ਨੇ ਕਾਂਗਰਸ ਤੋਂ। ਬਲੀਏਵਾਲ ਸਾਹਿਬ, ਤੁਹਾਡਾ ਵੀ ਸਵਾਗਤ ਹੈ। ਮੈਂ ਤੁਹਾਡੇ ਕੋਲ ਆਉਣਾ, ਪਰ ਪਹਿਲਾਂ ਆਮ ਆਦਮੀ ਪਾਰਟੀ ਦਾ ਇੱਕ ਰਿਐਕਸ਼ਨ। ਨਰਿੰਦਰ ਜੀ, ਥੋੜੀ ਦੇਰ ਪਹਿਲਾਂ ਭਗਵੰਤ ਮਾਨ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਸਾਡੀ, ਤੇ ਉਹ ਕਹਿ ਰਹੇ ਸੀ ਕਿ ਇਹ ਕਦਮ ਸਰਕਾਰਾਂ ਨੂੰ ਚੁੱਕਣੇ ਚਾਹੀਦੇ ਸੀ। ਇਹ ਕਦਮ ਪੰਜਾਬ ਬੀਜੇਪੀ ਚੁੱਕਦੀ, ਇਹ ਕਦਮ ਜਿਹੜੀ ਪੰਜਾਬ ਸਰਕਾਰ ਆ ਉਹ ਚੁੱਕਦੀ, ਚਿੱਠੀ ਲਿਖਣ ਵਾਲੀ ਜੋ ਭਗਵੰਤ ਮਾਨ ਹੋਰਾਂ ਦੇ ਵੱਲੋਂ ਲਿਖੀ ਗਈ ਹੈ। ਤੁਹਾਨੂੰ ਵਾਕਈ ਲੱਗਦਾ ਕਿ ਪੰਜਾਬ ਸਰਕਾਰ ਜਾਂ ਪੰਜਾਬ ਬੀਜੇਪੀ ਨੇ ਉਹ ਨਹੀਂ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ, ਖਾਸ ਤੌਰ ਤੇ ਪੰਜਾਬ ਸਰਕਾਰ ਨੂੰ? ਤੇ ਦੂਜਾ ਪੁਆਇੰਟ, ਲੱਗਦਾ ਕਿ ਕਿਸਾਨਾਂ ਦੀ ਚਿੱਠੀ ਹੁਣ ਹੱਲ ਦੇ ਵੱਲ ਲੈ ਕੇ ਚਲੀ ਜਾਏਗੀ, ਪੂਰੇ ਇਸ ਮੁੱਦੇ ਨੂੰ ਅੰਦੋਲਨ ਸਮਾਪਤੀ ਵੱਲ ਚਲਾ ਜਾਏਗਾ? ਗੌਰਵ ਜੀ, ਜੋ ਸਾਡੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਨੇ ਕਿਹਾ ਨਾ, ਬਿਲਕੁਲ ਦਰੁਸਤ ਕਿਹਾ ਉਹਨਾਂ ਨੇ। ਇਹ ਸੱਦਾ ਜਿਹੜਾ ਚਾਹੀਦਾ ਸੀ ਸਰਕਾਰ ਵੱਲੋਂ ਆਉਣਾ ਚਾਹੀਦਾ ਸੀ। ਦੇਖੋ 4 ਮਹੀਨੇ ਦਾ ਡੈਡਲੌਕ ਬਣਿਆ ਹੋਇਆ ਹੈ, ਔਰ ਉਹ ਡੈਡਲੌਕ ਤੋੜਨ ਦੀ ਜੇ ਕੋਸ਼ਿਸ਼ ਕੀਤੀ ਹੈ ਤਾਂ ਕਿਸਾਨ ਜਥੇਬੰਦੀਆਂ ਨੇ ਕੀਤੀ ਹੈ। ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਸਰਕਾਰ ਤਾਂ ਆਪਣੇ ਰਾਜ ਹੱਥ ਵਿੱਚ ਆਈ ਹੋਈ ਹੈ, ਉਹ ਨਹੀਂ ਚਾਹੁੰਦੀ ਵੀ ਅਸੀਂ ਝੁਕੀਏ ਕਿਸਾਨਾਂ ਦੇ ਅੱਗੇ। ਪਰ ਮੈਨੂੰ ਫਿਰ ਵੀ ਇਹ ਖੁਸ਼ੀ ਦੀ ਗੱਲ ਹੈ ਵੀ 4 ਮਹੀਨੇ ਬਾਅਦ ਪਹਿਲ ਕੀਤੀ ਹੈ, ਉਹ ਕਿਸਾਨਾਂ ਨੇ ਕੀਤੀ ਹੈ। ਤੇ ਅੱਜ ਤੱਕ ਅਸੀਂ ਸੋਚਦੇ ਵੀ ਸ਼ਾਇਦ ਅੱਜ ਤੱਕ ਇਹ ਸਰਕਾਰ ਵੱਲੋਂ ਰਿਸਪੌਂਡ ਹੋਣਾ ਚਾਹੀਦਾ ਸੀ, ਇਹਨਾਂ ਨੂੰ ਕੋਈ ਨਾ ਕੋਈ ਸੱਦਾ ਮਿਲਣਾ ਚਾਹੀਦਾ ਸੀ, ਪਰ ਅਜੇ ਤੱਕ ਨਹੀਂ ਮਿਲਿਆ। ਪਰ ਫਿਰ ਵੀ ਆਸ ਕਰਦੇ ਹਾਂ ਵੀ ਅੱਜ ਕੱਲ੍ਹ 'ਚ ਇਹ ਸੱਦਾ ਜ਼ਰੂਰ ਆਏਗਾ, ਕਿਉਂਕਿ ਦੇਖੋ 11 ਗੇੜ ਦੀ ਗੱਲ ਹੋ ਚੁੱਕੀ ਹੈ। ਕਿਹੜੀ ਸਰਕਾਰ ਦੇ ਵੱਲੋਂ? ਮੇਰਾ ਉਹ ਸਵਾਲ ਸੀ ਕਿ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਕਿਵੇਂ ਲੱਗਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਰਿਸਪੌਂਡ ਹੋਣਾ ਚਾਹੀਦਾ ਸੀ, ਜਾਂ ਸੱਦਾ ਜਾਂ ਕੋਈ ਲੈਟਰ ਪ੍ਰਧਾਨ ਮੰਤਰੀ ਨੂੰ ਭੇਜਣੀ ਚਾਹੀਦੀ ਸੀ? ਦੇਖੋ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ। ਪੰਜਾਬ ਸਰਕਾਰ ਤਾਂ 6 ਮਹੀਨੇ ਦੀ ਸੁੱਤੀ ਪਈ ਹੈ ਬਿਲਕੁਲ। ਇਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਕੋਈ ਪਹਿਲ ਨਹੀਂ ਕੀਤੀ ਕੈਪਟਨ ਸਰਕਾਰ ਵੱਲੋਂ ਹੁਣ ਤੱਕ। ਦੇਖੋ ਅੱਜ ਤੱਕ ਕਦੇ ਵੀ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਖੁਦ ਜਾਂ ਕੈਪਟਨ ਸਾਹਿਬ ਦੇ ਮੰਤਰੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਨਹੀਂ ਗਏ, ਕਿਉਂਕਿ ਜ਼ਰੂਰੀ ਹੈ, ਕਿਉਂਕਿ ਸਭ ਤੋਂ ਵੱਧ ਲੋਕ ਸਾਡੇ ਪੰਜਾਬ ਦੇ ਉੱਥੇ ਬੈਠੇ ਨੇ ਬਾਰਡਰ ਦੇ ਉੱਪਰ। ਇਹ ਜ਼ਰੂਰ ਜੇ ਚਾਹੀਦਾ ਸੀ ਕੈਪਟਨ ਸਾਹਿਬ ਨੂੰ ਵੀ ਪਹਿਲ ਕਰਦੇ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ, ਉਹਨਾਂ ਨੂੰ ਅਪੀਲ ਕਰਦੇ ਬੈਠ ਕੇ। ਪਰ ਕੈਪਟਨ ਸਾਹਿਬ ਪਤਾ ਨਹੀਂ ਆਪਣੀ ਕਿਹੜੇ ਮਹਿਲਾਂ ਚੋਂ ਬਾਹਰ ਨਿਕਲ ਕੇ ਰਾਜੀ ਹੋਏ ਨਹੀਂ। ਪਰ ਛੱਡੋ ਉਸ ਗੱਲ ਨੂੰ। ਹੁਣ ਜੇ ਸਰਕਾਰ, ਕਿਉਂਕਿ ਕਿਸਾਨਾਂ ਨੇ ਪਹਿਲ ਕੀਤੀ ਹੈ, ਸਰਕਾਰ ਨੂੰ ਚਾਹੀਦਾ ਹੈ ਬਹੁਤ ਜਲਦੀ ਇਹਨੂੰ ਮੀਟਿੰਗ ਨੂੰ ਸੱਦੇ। ਦੇਖੋ ਦੋਨੇ ਤਰ੍ਹਾਂ ਆਪਣਾ ਆਪਣਾ ਪੱਖ ਰੱਖ ਚੁੱਕੀਆਂ ਨੇ, 11 ਮੀਟਿੰਗਾਂ ਹੋ ਚੁੱਕੀਆਂ ਨੇ। ਕਿਸਾਨ ਜਥੇਬੰਦੀਆਂ ਨੇ ਆਪਣੀ ਸਾਰੀ ਜੋ ਮੰਗਾਂ ਸੀ ਉਹ ਡਿਟੇਲ ਦੱਸ ਚੁੱਕੇ ਨੇ, ਕਾਨੂੰਨ ਬਾਰੇ ਵੀ ਦੱਸ ਚੁੱਕਿਆ ਵੀ ਕਿੰਨੇ ਗਲਤ ਕਾਨੂੰਨ ਨੇ। ਕਿਸੇ ਹੱਦ ਤੱਕ ਮੈਂ ਸਮਝਦਾ ਸਰਕਾਰ ਦੇ ਮੰਤਰੀ ਨੂੰ ਮੰਨ ਵੀ ਚੁੱਕੇ ਨੇ ਕਿਸਾਨਾਂ ਦੇ ਕੋਲ ਵੀ ਇਹ ਕਾਨੂੰਨ ਗਲਤ ਨੇ। ਹੁਣ ਗੱਲ ਰਹੇਗੀ ਵੀ ਕਾਨੂੰਨ ਰੱਦ ਕਿਵੇਂ ਕਰਨੇ ਨੇ। ਇਹ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ। ਮੈਂ ਸਮਝਦਾ ਇਹ ਆਪਣੇ ਲੋਕ ਨੇ, ਇਸੇ ਦੇਸ਼ ਦੇ ਲੋਕ ਨੇ, ਕੋਈ ਬਾਹਰੋਂ ਨਹੀਂ ਆਏ ਜਿਹੜੇ ਸਾਡੇ ਮੰਗ ਕਰ ਰਹੇ ਨੇ ਕਿਸਾਨਾਂ ਆਪਣੇ ਕਾਨੂੰਨ ਰੱਦ ਕਰਨ ਦੀ। ਸਰਕਾਰ ਨੂੰ ਵੀ ਸੋਚਣਾ ਚਾਹੀਦਾ। 6 ਮਹੀਨੇ ਹੋ ਗਏ ਕਿਸ ਤਰ੍ਹਾਂ ਦੀ ਉਹ ਹਾਲਾਤ ਉੱਥੇ ਬੈਠੇ ਨੇ, ਹਨੇਰੀਆਂ, ਮੀਂਹ, ਧੁੱਪ, ਗਰਮੀ, ਸਰਦੀ, ਬੜਾ ਲੰਮਾ ਉਹਨਾਂ ਨੇ ਸੰਘਰਸ਼ ਕੀਤਾ ਹੈ ਤੇ ਕੋਈ 470 ਦੇ ਕਰੀਬ ਰੱਦ ਹੋਣੇ ਚਾਹੀਦੇ ਨੇ ਕਿਸਾਨ। ਆਮ ਆਦਮੀ ਪਾਰਟੀ ਕਿਸਾਨਾਂ ਵਾਲੇ ਉਸ ਸਟੈਂਡ ਦੇ ਮੈਂ ਇੱਕ ਗੱਲ ਹੋਰ ਕਹਾਂਗਾ, ਮੈਂ ਵਾਪਸ ਆਉਂਗਾ, ਮੈਂ ਕਾਂਗਰਸ ਦਾ ਇੱਕ ਹੋਰ ਕਹਾਂਗਾ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਬਲੀਵਾਲ ਸਾਹਿਬ, ਤੁਸੀਂ ਚਿੱਠੀ, ਮੈਂ ਨਰਿੰਦਰ ਜੀ ਤੁਹਾਡੇ ਕੋਲ ਆਉਣਾ, ਮੈਂ ਤੁਹਾਡੇ ਕੋਲ ਵਾਪਸ। ਬਲੀਵਾਲ ਸਾਹਿਬ, ਚਿੱਠੀ ਦੇ ਉੱਤੇ ਤੁਸੀਂ ਰਿਐਕਟ ਕਰੋ, ਕਿੰਨੀ ਕੀ ਉਮੀਦ ਹੈ ਕਾਂਗਰਸ ਨੂੰ? ਪਰ ਪਹਿਲਾ ਸਵਾਲ ਇਹੀ ਜੋ ਆਮ ਆਦਮੀ ਪਾਰਟੀ ਅੱਜ ਸਵਾਲ ਚੁੱਕ ਰਹੀ ਹੈ। ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੂੰ ਇਹ ਚਿੱਠੀ ਲਿਖਣੀ ਚਾਹੀਦੀ ਸੀ ਜੋ ਅੱਜ ਭਗਵੰਤ ਮਾਨ ਲਿਖ ਰਹੇ ਨੇ ਪ੍ਰਧਾਨ ਮੰਤਰੀ ਨੂੰ ਕਿ ਗੱਲਬਾਤ ਕਰੋ, ਆਓ ਗੱਲਬਾਤ ਕਰੋ ਕਿਸਾਨਾਂ ਦੇ ਨਾਲ, ਤੇ ਕੇਂਦਰ ਦੀ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਸੀ, ਇਹ ਵੀ ਉਹ ਕਹਿ ਰਹੇ ਨੇ। ਪਰ ਦੂਜੇ ਪਾਸੇ ਪੰਜਾਬ ਸਰਕਾਰ ਤੇ ਬਹੁਤ ਸਾਰੇ ਸਵਾਲ ਨੇ ਕਿ 6 ਮਹੀਨੇ ਦੇ ਵਿੱਚ, 4 ਮਹੀਨੇ ਦੇ ਵਿੱਚ ਜਦੋਂ ਤੋਂ ਗੱਲਬਾਤ ਟੁੱਟੀ ਹੈ, ਤੁਸੀਂ ਨਹੀਂ ਕੋਈ ਕੋਸ਼ਿਸ਼ ਕੀਤੀ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਕੋਈ ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ਹੋਵੇ। ਸੱਤਾ ਦੇ ਵਿੱਚ ਹੈ ਕਾਂਗਰਸ। ਦੇਖੋ ਗੌਰਵ ਜੀ, ਗੱਲ ਇਹ ਹੈ ਕਿ ਜਦੋਂ ਤੋਂ ਇਹ ਆਰਡੀਨੈਂਸ ਆਏ ਆ, ਪਹਿਲੀ ਗੱਲ ਤਾਂ ਸਵਾਗਤ ਹੈ ਕਿ ਕਿਸਾਨ ਜਥੇਬੰਦੀਆਂ ਨੇ ਆਪ ਦੀ ਪਹਿਲ ਕਰਦੇ ਹੋਏ ਇਹ ਚਿੱਠੀ ਲਿਖੀ ਆ ਮੋਦੀ ਜੀ ਨੂੰ, ਕਿ ਮੋਦੀ ਜੀ ਕਹਿੰਦੇ ਸੀ ਮੈਂ ਇੱਕ ਫੋਨ ਦੀ ਕਾਲ ਦੀ ਦੂਰੀ ਤੇ ਆ, ਪਰ ਉਹ ਕਾਲ ਆਈ ਨਹੀਂ। ਚਲੋ ਸਾਡੇ ਜਥੇਬੰਦੀਆਂ ਨੇ ਪਹਿਲ ਕੀਤੀ ਹੈ ਕਿ ਡੈਡਲੌਕ ਟੁੱਟੇ ਤੇ ਗੱਲਬਾਤ ਚੱਲੇ, ਕਿਉਂਕਿ ਕਰੋਨਾ ਕਾਲ ਵੀ ਚੱਲ ਰਿਹਾ ਹੈ ਤੇ ਮੋਦੀ ਜੀ ਕਹਿੰਦੇ ਆਪ ਦਾ में अफसर की जरूरत नहीं है।
ਤੇ ਅਫਸਰ ਹੁਣ ਨਾ ਬਣਾਏ ਮੋਦੀ ਸਰਕਾਰ, ਇਹ ਕਾਨੂੰਨਾਂ ਨੂੰ ਰੱਦ ਕਰੇ, ਐਮਐਸਪੀ ਦੇ ਕਾਨੂੰਨ ਦੀ ਗਾਰੰਟੀ ਦੇਵੇ ਜਾਂ ਡੈਫਰ ਕਰਕੇ ਇਹਨਾਂ ਨੂੰ ਤੋੜ ਦੇ ਕੇ ਜਦ ਤੱਕ ਹੈਗੀ ਆ ਉਸ ਤੋਂ ਬਾਅਦ ਗੱਲਬਾਤ ਕਰ ਲਾਂਗੇ। ਦੂਜੀ ਗੱਲ ਅੱਜ ਚੱਕੀ ਆ ਭਗਵੰਤ ਸਿੰਘ ਮਾਨ ਨੇ। ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਦੋਂ ਇਹ ਆਰਡੀਨੈਂਸ ਆਏ ਸੀ 15 ਜੂਨ ਨੂੰ ਪਹਿਲੀ ਚਿੱਠੀ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਲਿਖਤੀ ਸੀ ਕਿ ਇਹ ਆਰਡੀਨੈਂਸ ਨੂੰ ਕੈਨਸਲ ਕਰ ਦਿਓ। ਉਸ ਤੋਂ ਬਾਅਦ ਡਿਟੇਲਡ ਵਾਈ ਚੱਲਦੀ ਰਹੀ। ਅਸੀਂ ਤਾਂ ਪੰਜਾਬ ਵਿਧਾਨ ਸਭਾ ਪਹਿਲੀ ਵਿਧਾਨ ਸਭਾ ਸੀ ਜਿਹਨਾਂ ਨੇ ਕਾਨੂੰਨਾਂ ਨੂੰ ਪਹਿਲਾਂ ਜਿਹੜੇ ਆਰਡੀਨੈਂਸ ਸੀ ਉਹਨਾਂ ਨੂੰ ਰੱਦ ਕੀਤਾ, ਉਸ ਤੋਂ ਬਾਅਦ ਜਦੋਂ ਕਾਨੂੰਨ ਬਣ ਗਏ ਉਹਨਾਂ ਨੂੰ ਅਮੈਂਡ ਕਰਕੇ ਆਪੇ ਨਵੇਂ ਕਾਨੂੰਨ ਲੈ ਕੇ ਆਏ ਤੇ ਦੇਸ਼ ਦੇ ਵਿੱਚ ਬਾਕੀ ਸਰਕਾਰਾਂ ਵੀ ਉਹ ਲਾਅ ਲੈ ਕੇ ਆਈਆਂ। ਪਰ ਉਹ ਕੇਜਰੀਵਾਲ ਦੀ ਸਰਕਾਰ ਕੱਲੀ ਆ ਨਾਨ ਬੀਜੇਪੀ ਗਵਰਨਮੈਂਟ ਜਿਹਨੇ ਇਹ ਆ ਜਾਂ ਕੋਈ ਆਰਡੀਨੈਂਸ ਨਹੀਂ ਨਾ ਇਹਨੂੰ ਰੱਦ ਕਰਨ ਦੀ ਗੱਲ ਕੀਤੀ, ਉਲਟਾ ਐਸੈਂਸ਼ੀਅਲ ਕਮਿਊਨਿਟੀ ਐਕਟ ਦਿੱਲੀ ਦੇ ਵਿੱਚ ਲਾਗੂ ਕੀਤਾ। ਭਗਵੰਤ ਮਾਨ ਨੇ ਚਿੱਠੀ ਲਿਖੀ ਹੈ, ਸਵਾਗਤਯੋਗ ਹੈ, ਪਰ ਭਗਵੰਤ ਮਾਨ ਇੱਕ ਚਿੱਠੀ ਹੋਰ ਲਿਖਦੇ ਸਪੀਕਰ ਸਾਹਿਬ ਨੂੰ ਜਾਂ ਚੇਅਰਮੈਨ ਨੂੰ ਕਿ ਜਿਹੜੀ ਸਟੈਂਡਿੰਗ ਕਮੇਟੀ ਦੇ ਮੈਂਬਰ ਸੀਗੇ ਉਹਦੇ ਚ ਜਿਹਦੇ ਚ ਹੱਕ ਚ ਕਹਿ ਕੇ ਆਏ ਨੇ ਉਹਦੇ ਚ ਆਪਦਾ ਡਿਸੈਂਡਿੰਗ ਨੋਟ ਹਜੇ ਤੱਕ ਨਹੀਂ ਭਗਵੰਤ ਮਾਨ ਨੂੰ ਭੇਜ ਸਕੇ। ਸੋ ਦੂਜਿਆਂ ਦੇ ਪ੍ਰਤੀ ਉਂਗਲ ਚੱਕਣੀ ਬੜੀ ਸੌਖੀ ਹੁੰਦੀ ਹੈ ਪਰ 4 ਮਹੀਨਿਆਂ ਚ ਪਹਿਲ ਨਹੀਂ ਕੀਤੀ। ਮੈਂ ਉਸ ਤੋਂ ਬਾਅਦ ਤੁਸੀਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ, ਕਹਿ ਰਹੇ ਕਿ ਪਿਛਲੇ 4 ਮਹੀਨਿਆਂ ਚ ਗੱਲਬਾਤ ਬੰਦ ਹੈ, ਤੁਸੀਂ ਉਸ ਸਮੇਂ ਪਹਿਲ ਕਿਉਂ ਨਹੀਂ ਕੀਤੀ? ਮੁੱਖ ਮੰਤਰੀ ਨੇ ਉਸ ਸਮੇਂ ਪਹਿਲ ਚਿੱਠੀ ਲਿਖਣ ਦੀ ਕਿਉਂ ਨਹੀਂ ਕੀਤੀ ਜਾਂ ਗੱਲਬਾਤ ਕਰਨ ਦੀ ਕਿਉਂ ਨਹੀਂ ਕੀਤੀ? ਮੈਂ ਉਹਦੇ ਤੇ ਆਉਂਦਾ। ਲਾਸਟ ਨੀਤੀ ਆਯੋਗ ਦੀ ਜਿਹੜੀ ਮੀਟਿੰਗ ਹੋਈ ਹੈ ਜਿਸ ਚ ਪ੍ਰਧਾਨ ਮੰਤਰੀ ਚੇਅਰ ਕਰ ਰਹੇ ਸੀ, ਉਹ ਚ ਪੰਜਾਬ ਦੇ ਮੁੱਖ ਮੰਤਰੀ ਵੀ ਸਨ, ਅਰਵਿੰਦ ਕੇਜਰੀਵਾਲ ਵੀ ਸਨ। ਮੁੱਖ ਮੰਤਰੀ ਪੰਜਾਬ ਨੇ ਉਦੋਂ ਵੀ ਗੱਲ ਚੱਕੀ ਕਿ ਸਾਡੀ ਮੀਟਿੰਗਾਂ ਦੇ ਹੱਲ ਕੀਤੇ ਜਾਣ, ਸਾਡੇ ਕਿਸਾਨਾਂ ਦੇ ਹੱਲ ਕੀਤੇ ਜਾਣ। ਇਹ ਉੱਥੇ ਬੈਠੇ ਨੇ, ਉਹ ਮਹਾਮਾਰੀ ਵੀ ਆ ਰਹੀ ਹੈ, ਬਾਕੀ ਚੀਜ਼ਾਂ ਨਹੀਂ, ਉਦੋਂ ਵੀ ਗੱਲ ਰੱਖੀ ਹੈ, ਆਫੀਸ਼ੀਅਲ ਹੈ। ਵੀਡੀਓ ਕਲਿੱਪ ਵੀ ਮੁੱਖ ਮੰਤਰੀ ਸਾਹਿਬ ਦਾ ਜਾਰੀ ਹੋਇਆ। ਇਹ ਟਵਾਣਾ ਸਾਹਿਬ ਗੱਲ ਕਹਿ ਰਹੇ ਸੀ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਪੀ ਕਦੀ ਗਏ ਨਹੀਂ। ਪਿਊਸ਼ ਗੋਇਲ ਨੂੰ ਮਿਲਣ ਕੌਣ ਗਏ ਸੀਗੇ? ਨਰਿੰਦਰ ਤੋਮਰ ਨੂੰ ਕੌਣ ਮਿਲ ਕੇ ਆਏ ਆ? ਜਦੋਂ ਕਿਸਾਨਾਂ ਆਪਣਾ ਰੇਲਾਂ ਦਾ ਰੋਕ ਲੱਗੀ ਹੋਈ ਸੀ ਕੌਣ ਗਏ ਸੀ? ਉਹ ਤਾਂ ਗੱਲਾਂ ਹੀ ਹੋਰ ਕਰਦੇ ਸੀਗੇ। ਪਰ ਅੱਜ ਵੀ ਅਸੀਂ ਕਹਿ ਰਹੇ ਹਾਂ ਜਦੋਂ ਪੂਰੀ ਕਾਂਗਰਸ ਪਾਰਟੀ ਦੇਸ਼ ਦੀ ਕਹਿ ਰਹੀ ਹੈ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ, ਐਮਐਸਪੀ ਤੇ ਗਾਰੰਟੀ ਮਿਲਣੀ ਚਾਹੀਦੀ ਹੈ। ਆਪਾਂ ਟਿਵਾਣਾ ਜੀ ਦਾ ਇੱਕ ਛੋਟਾ ਜਿਹਾ ਰਿਐਕਸ਼ਨ ਲੈ ਨਰਿੰਦਰ ਜੀ, ਆਪਾਂ ਛੋਟਾ ਜਿਹਾ ਰਿਐਕਸ਼ਨ ਲੈ ਨਰਿੰਦਰ ਜੀ, ਤੁਸੀਂ ਸਟੈਂਡਿੰਗ ਕਮੇਟੀ ਵਾਲੇ ਸਵਾਲ ਤੇ ਵੀ ਘਿਰ ਜਾਂਦੇ ਹੋ ਕਿ ਸਟੈਂਡਿੰਗ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਨਾਮ ਤੁਹਾਡੀ ਪਾਰਟੀ ਤੋਂ ਵੀ ਹੈ ਤੇ ਉਹ ਵੀ ਸਟੈਂਡਿੰਗ ਕਮੇਟੀ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ। ਦੂਜੇ ਪਾਸੇ ਕਹਿ ਰਹੇ ਕਿ ਅਸੀਂ ਤਾਂ ਪਹਿਲ ਕਰ ਰਹੇ ਸੀ ਕਿ ਤੁਸੀਂ ਪੋਲਿਟਿਕਸ ਕਰ ਰਹੇ ਹੋ, ਤੁਹਾਨੂੰ ਯਾਦ ਆ ਰਿਹਾ ਹੈ ਕਿ ਚਿੱਠੀ ਨਹੀਂ ਲਿਖੀ, ਇੱਕ ਚਿੱਠੀ ਲਿਖ ਕੇ ਤੁਹਾਨੂੰ ਯਾਦ ਆ ਗਿਆ ਕਿ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ। ਗੌਰਵ ਜੀ, ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਾਂਗਰਸ ਵਾਲਿਆਂ ਦੇ ਬੁਲਾਰਿਆਂ ਤੋਂ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਵੇਂ ਉਹ ਖੁਦ ਆਪੋਜੀਸ਼ਨ ਦੇ ਵਿੱਚ ਹੁੰਦੇ ਨੇ। ਉਹ ਇਹ ਨਹੀਂ ਸਮਝਦੇ ਵੀ ਪੰਜਾਬ ਸਾਡੀ ਸਰਕਾਰ ਹੈ, ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਾਂ। ਸਭ ਤੋਂ ਵੱਧ ਜੇ ਫਰਜ਼ ਬਣਦਾ ਸੀ ਤਾਂ ਕਾਂਗਰਸ ਦੀ ਸਰਕਾਰ ਦਾ ਪੰਜਾਬ 'ਚ ਬਣਦਾ ਸੀ। ਇਹ ਪਹਿਲ ਕਰਦੀ ਔਰ ਇਹਨਾਂ ਨੂੰ ਕਾਨੂੰਨਾਂ ਰੱਦ ਕਰਾਉਣ ਦੇ ਵਿੱਚ ਪੂਰਾ ਡਟਦੀ ਖੜ ਕੇ ਲੋਕਾਂ ਦੇ ਵਿੱਚ। ਪਰ ਇਹਨਾਂ ਦੀ ਜਿਹੜੀ ਚੁੱਪੀ ਹੈ ਨਾ ਪਿਛਲੇ 6 ਮਹੀਨਿਆਂ ਤੋਂ, ਉਹ ਐ ਸਾਬਤ ਕਰਦੀ ਹੈ ਕਿ ਇਹ ਮੋਦੀ ਸਾਹਿਬ ਦੇ ਨਾਲ ਮਿਲੇ ਹੋਏ ਨੇ। ਰਹੀ ਗੱਲ ਇਹਨਾਂ ਨੇ ਸਾਡੇ, ਕਿਉਂਕਿ ਇਹਨਾਂ ਨੂੰ ਆਪਣੀ ਕਾਰਗੁਜ਼ਾਰੀ ਦੀ ਗੱਲ ਹੀ ਕਰਦੇ ਕਦੇ ਵੀ ਇਹ ਪੰਜਾਬ ਸਰਕਾਰ ਦੀ ਗੱਲ ਕਰਦੇ ਕੇਜਰੀਵਾਲ ਤੇ ਆ ਜਾਂਦੇ ਨੇ। ਤੁਸੀਂ ਸਾਡੇ ਨਾਲ ਕੇਜਰੀਵਾਲ ਸਾਹਿਬ ਨੇ ਅਸੈਂਬਲੀ ਦੇ ਸਾਰੇ ਕਾਨੂੰਨ ਪਾੜੇ ਨੇ ਆਪ ਆਮ ਆਦਮੀ ਪਾਰਟੀ ਨੇ। ਰਹੀ ਭਗਵੰਤ ਮਾਨ ਦੀ ਗੱਲ, ਇੱਕ ਮਿੰਟ ਚੁੱਪ ਕਰ ਦਿਓ ਜੀ। ਰਹੀ ਭਗਵੰਤ ਮਾਨ ਦੀ ਗੱਲ, ਭਗਵੰਤ ਮਾਨ ਨੇ ਜੋ ਸਟੈਂਡ ਲਿਆ ਸੀ ਸਟੈਂਡਿੰਗ ਕਮੇਟੀ ਦੀ ਵੀਡੀਓ ਵਾਇਰਲ ਕੀਤੀ ਆ, ਉਹ ਸਾਰਿਆਂ ਨੇ ਸੁਣੀ ਆ, ਉਹਨਾਂ ਨੇ ਸਾਰੇ ਸੁਣਾਈ। ਕਾਂਗਰਸ ਨੇ ਹੁਣ ਤੱਕ ਕੀ ਕੀਤਾ? ਇਹ ਕਹਿੰਦੇ ਸਾਡੇ ਮੰਤਰੀ ਮਿਲ ਕੇ ਆਏ। ਦੇਖੋ ਤੁਹਾਡੇ ਮੰਤਰੀ ਦੇ ਮਿਲਣ ਵਾਲੀ ਗੱਲ, ਤੁਹਾਡੇ ਮੁੱਖ ਮੰਤਰੀ ਨੇ ਕੀ ਕੀਤਾ ਹੁਣ ਤੱਕ? ਤੁਹਾਡੇ ਮੁੱਖ ਮੰਤਰੀ ਵੱਲੋਂ ਕਿਹੜੀ ਪਹਿਲ ਹੋਈ ਹੈ? ਤੁਸੀਂ ਆਪਣੇ ਬਾਰੇ ਤਾਂ ਜਾ ਕੇ ਗ੍ਰਹਿ ਮੰਤਰੀ ਨੂੰ ਮਿਲ ਸਕਦੇ ਹੋ ਨਾ, ਆਪਣੇ ਜੋ ਤੁਹਾਡੇ ਖਿਲਾਫ ਕੇਸ ਨੇ। ਪਰ ਕਿਸਾਨਾਂ ਦੇ ਬਾਰੇ ਤੁਸੀਂ ਅੱਜ ਤੱਕ ਨਾ ਮਿਲਿਓ, ਨਾ ਗ੍ਰਹਿ ਮੰਤਰੀ ਨਾ ਸੀ ਪ੍ਰਧਾਨ ਮੰਤਰੀ। ਆਪਾਂ ਕਿਸਾਨਾਂ ਵਾਲੇ ਇਸ਼ੂ ਤੇ ਰਹੀਏ। ਇੱਕ ਵਾਰੀ ਬਲੀਵਾਲ ਸਾਹਿਬ ਛੋਟਾ ਜਿਹਾ ਰਿਐਕਸ਼ਨ ਦੇ ਦਿਓ, ਆਪਾਂ ਇਸ ਤੋਂ ਅੱਗੇ ਵਧ ਜਾਾਂਗੇ। ਇਹ ਆਪਾਂ ਇਹ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਨਾ ਬਣ ਜਾਵੇ ਕਿਉਂਕਿ ਗੱਲ ਕਿਸਾਨਾਂ ਦੀ ਆਪਾਂ ਕਰ ਰਹੇ ਹਾਂ। ਇੱਕ ਛੋਟਾ ਜਿਹਾ ਰਿਐਕਸ਼ਨ ਦੇ ਦਿਓ। ਦੇਖੋ ਗੱਲ ਇਹ ਹੈ ਕਿ ਟਵਾਣਾ ਜੀ ਨੂੰ ਇਹ ਯਾਦ ਹੋਣਾ ਚਾਹੀਦਾ ਜਦੋਂ ਕਾਨੂੰਨ ਪਾਸ ਵੀ ਕੀਤੇ ਆਪਾਂ ਪੰਜਾਬ ਵਿਧਾਨ ਸਭਾ 'ਚ, ਉਦੋਂ ਤਾਂ ਬੜੇ ਜੀ ਸੱਦ ਕੇ ਗਏ ਸੀ ਗਵਰਨਰ ਸਾਹਿਬ ਕੋਲ। ਅਗਲੇ ਦਿਨ ਪਲਟੂ ਰਾਮ ਵੀ ਇਹੀ ਵੱਜੇ ਨੇ, ਧਰਨਾ ਲਾਉਣ ਜਾਣਾ ਸੀ, ਜੰਤਰ ਮੰਤਰ ਨੇ ਸੁਨੇਹਾ ਭੇਜਿਆ ਪਰ ਇਹ ਗਏ ਨਹੀਂ। ਕੇਜਰੀਵਾਲ ਸਾਹਿਬ ਨੇ ਕੋਈ ਰੱਦ ਨਹੀਂ ਕੀਤਾ, ਐਸੈਂਸ਼ੀਅਲ ਕਮਿਊਨਿਟੀ ਐਕਟ ਦਿੱਲੀ 'ਚ ਲਾਗੂ ਕੀਤਾ, ਉਹਦੀ ਕੋਈ ਗੱਲ ਨਹੀਂ ਕਰਨਗੇ। ਪਰ ਗੱਲ ਇਹ ਹੈ ਕਿ ਇਹਨਾਂ ਦੀ ਉਂਗਲਾਂ ਇੱਧਰ ਨੂੰ ਉੱਠ ਰਹੀਆਂ, ਕੋਈ ਬੀਜੇਪੀ ਦੀ ਬੀ ਟੀਮ ਹੈ। ਸੋ ਇਸੇ ਕਰਕੇ ਸਾਡੇ ਸਵਾਲ ਚੱਕਦੇ ਪੰਜਾਬ ਕਾਂਗਰਸ ਤੇ ਨੈਸ਼ਨਲ ਕਾਂਗਰਸ ਕਮੇਟੀ ਸਾਰੇ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜੀ ਹੈ। ਰਾਹੁਲ ਗਾਂਧੀ ਨੇ ਇੱਥੇ ਰੈਲੀਆਂ ਵੀ ਕੱਢੀਆਂ, ਮਾਰਚ ਵੀ ਕੱਢੇ ਆ, ਹਰਿਆਣੇ 'ਚ ਕੱਢੇ ਆ, ਬਾਕੀ ਜਗ੍ਹਾ ਕੱਢੇ, ਕਿਤੇ ਵੀ ਕੱਢਿਆ, ਕਿਸਾਨਾਂ ਲਈ ਕੱਢੇ। ਸੋ ਅਸੀਂ ਤਾਂ ਉਦੋਂ ਤੋਂ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਗੱਲ ਕਰਨ, ਇਹਨਾਂ ਦਾ ਮਸਲਾ ਹੱਲ ਕਰਨ, ਕਿਉਂ ਨਹੀਂ ਕਰਦੇ ਗੱਲ? ਪਰ ਅਸੀਂ ਉਹਦੇ ਵਿੱਚ ਇਹ ਹੁਣ ਸਵਾਲ ਹੀ ਹੋਰ ਹੀ ਗੋਲ ਮੋਲ ਗੱਲਾਂ ਦੇ ਕਰੀ ਜਾਣੇ। ਗੱਲਾਂ ਸਟੈਂਡਿੰਗ ਕਮੇਟੀ ਦੀ ਵੀਡੀਓ ਤਾਂ ਜਾਰੀ ਕਰਤੀ, ਲਿਖਤ ਦੇ ਵਿੱਚ ਚਿੱਠੀ ਕਿਉਂ ਨਹੀਂ ਭੇਜੀ ਹਜੇ ਤੱਕ? ਡਿਸੈਂਡਿੰਗ ਨੋਟ ਹੁੰਦਾ ਹੈ, ਰਿਟਨ ਦੇ ਵਿੱਚ ਸਬੂਤ ਹੁੰਦਾ ਹੈ, ਵੀਡੀਓ ਦਾ ਕੋਈ ਸਬੂਤ ਨਹੀਂ ਹੁੰਦਾ। ਟਵਾਣਾ ਜੀ ਦੋਵੇਂ ਚੀਜ਼ਾਂ ਦੇ ਉੱਤੇ ਮੈਂ ਇੱਕ ਰਿਐਕਸ਼ਨ ਲੈਣਾ ਪੰਦੇੜ ਸਾਹਿਬ ਦਾ।
ਠੀਕ ਹੈ ਥੋੜਾ ਜਿਹਾ ਹੋਲਡ ਕਰੋ ਸਰ। ਆਪਾਂ ਪੰਦੇੜ ਸਾਹਿਬ ਤੋਂ ਪੁੱਛ ਲੈਣੇ ਕਿ ਕਿਸਾਨ ਇਸ ਸਮੇਂ ਕਿਵੇਂ ਦੇਖ ਰਹੇ ਨੇ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ, ਬੀਜੇਪੀ ਦਾ ਤਾਂ ਵਿਰੋਧ ਉਹ ਕਰ ਹੀ ਰਹੇ ਨੇ। ਪੰਦੇੜ ਸਾਹਿਬ, ਗੱਲਬਾਤ ਤੁਰੇ, ਹਰ ਕੋਈ ਇਸ ਸਮੇਂ ਉਮੀਦ ਕਰ ਰਿਹਾ, ਪਰ ਇਸ ਵਿਚਾਲੇ ਸਿਆਸੀ ਪਾਰਟੀਆਂ ਦੀ ਭੂਮਿਕਾ ਕਿਵੇਂ ਦੇਖਦੇ ਹੋ ਤੁਸੀਂ? ਭਗਵੰਤ ਮਾਨ ਹੋਰਾਂ ਨੇ ਚਿੱਠੀ ਲਿਖਤੀ, ਤੁਹਾਡੀ ਚਿੱਠੀ ਲਿਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਕੀ ਕਰੋ, ਤੁਸੀਂ ਜਵਾਬ ਦਿਓ, ਗੱਲਬਾਤ ਨੂੰ ਸ਼ੁਰੂ ਕਰੋ। ਕਾਂਗਰਸ ਕਹਿੰਦੀ ਹੈ ਅਸੀਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਮੁੱਦਾ ਚੁੱਕਿਆ, ਸਟੈਂਡਿੰਗ ਕਮੇਟੀ ਵਾਲਾ ਇੱਕ ਇਸ਼ੂ ਆ ਗਿਆ, ਉਸ ਦੇ ਉੱਤੇ ਭਗਵੰਤ ਮਾਨ ਦੀ ਸਫਾਈ, ਬੜਾ ਕੁਝ ਹੋਇਆ। ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਹੀ ਜਿਹੜੀਆਂ ਨਾਨ ਬੀਜੇਪੀ ਪਾਰਟੀਆਂ ਨੇ, ਜਿਹੜੀਆਂ ਬੀਜੇਪੀ ਦੀ ਵਿਰੋਧੀ ਪਾਰਟੀਆਂ ਨੇ, ਉਹਨਾਂ ਦਾ ਸਾਥ ਮਿਲਿਆ ਸਹੀ ਢੰਗ ਨਾਲ ਕਿਸਾਨਾਂ ਨੂੰ? ਦੇਖੋ, ਚਲੋ ਪੰਜਾਬ ਦੀਆਂ ਤੁਸੀਂ ਦੋ ਸਿਆਸੀ ਪਾਰਟੀਆਂ, ਤੀਸਰੀ ਦਾ ਵੀ ਲੈ ਲਓ, ਸ਼੍ਰੋਮਣੀ ਅਕਾਲੀ ਦਲ ਆ ਜੀ, ਬਿਲਕੁਲ। ਦੇਖੋ, ਦੁੱਖ ਦੀ ਗੱਲ ਰਹੀ ਆ ਵੀ ਕੋਈ ਕੇਂਦਰ, ਜੇ ਕਿਸਾਨ ਪੱਖੀ ਸੀਗੇ ਸਾਰੇ, ਇਹਨਾਂ ਦੇ ਆਪਸੀ ਵੀ ਵਖਰੇਵੇਂ ਹੋਣਗੇ ਸਿਆਸੀ ਆਪੋ ਚੋਦੀ, ਹੁੰਦੇ ਵੀ ਆ, ਤੇ ਪਰ ਇਹ ਪੰਜਾਬ ਵਾਸਤੇ ਜੇ ਕਿਸਾਨਾਂ ਦੀ ਗੱਲ ਸੀ ਵੀ ਕੇਂਦਰ ਦੇ ਖਿਲਾਫ ਇੱਕ ਏਜੰਡਾ ਬਣਾ ਕੇ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ, ਪੰਜਾਬ ਲਈ, ਕਿਉਂਕਿ ਖੇਤੀ ਸੈਕਟਰ ਪੰਜਾਬ ਲਈ ਬਹੁਤ ਅਹਿਮ ਸੈਕਟਰ ਆ ਜੀ, ਖੇਤੀ ਖਤਮ ਹੋ ਗਈ ਤੇ ਪੰਜਾਬ ਖਤਮ ਹੋਣਾ, ਜਾਨੀ ਆਪੋ ਚੋਦੀ ਲੜਨ ਦੀ ਸਿਵਾਏ ਕੋਈ ਇੱਕ ਏਜੰਡਾ ਬਣਾ ਕੇ ਕੇਂਦਰ ਤੇ ਦਬਾਅ ਬਣਾਉਣ 'ਚ ਨਾਕਾਮਯਾਬ। ਇਹ ਤਾਂ ਅਸੀਂ ਦੇਖ ਰਹੇ ਓਵਰ, ਉਹਦੇ ਵਿੱਚ ਇਹੀ ਹੁੰਦਾ ਕਿਸੇ ਵੀ ਚੈਨਲ 'ਚ ਬਈਏ ਤਾਂ ਇੱਕ ਦੂਜੇ ਦਾ ਮਤਲਬ ਦੂਸ਼ਣਬਾਜ਼ੀ ਕਰਨਾ, ਇੱਕ ਦੂਜੇ ਨੂੰ ਨੀਚਾ ਵਿਖਾਲਣਾ, ਆਪਣੀ ਗੱਲ ਕਰਨਾ, ਉਹ ਮਤਲਬ ਸੰਜੀਦਗੀ ਨਾ। ਚਲੋ ਸਿਆਸਤ ਦੇ ਵਿੱਚ ਕੀ ਹੋ ਸਕਦੀ ਸੀ ਜੋ ਨਹੀਂ ਹੈ? ਦੇਖੋ ਜੀ, ਜੇ ਇਹ ਸਾਰੇ ਇਕੱਠੇ ਹੁੰਦੇ, ਕਹਿੰਦੇ ਮੁੱਖ ਮੰਤਰੀ ਜਾਵੇ, ਜੇ ਪੰਜਾਬ ਦੀਆਂ ਸਾਰੀਆਂ ਧਿਰਾਂ ਕਿਉਂ ਨਹੀਂ ਮੁੱਖ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲ ਲੈਂਦੀਆਂ? ਉਹਦਾ ਕਿੱਡਾ ਦਬਾਅ ਹੁੰਦਾ ਵੀ ਪੰਜਾਬ ਆ ਰਿਹਾ, ਪੰਜਾਬ ਦੀ ਨੁਮਾਇੰਦਾ ਕਰਨ ਵਾਲੀਆਂ ਸਿਆਸੀ ਜਮਾਤਾਂ ਆ ਰਹੀਆਂ, ਪੰਜਾਬ ਦੀਆਂ ਜਥੇਬੰਦੀਆਂ ਵੀ ਤਾਂ 20 ਵਖਰੇਵੇਂ ਨੂੰ ਛੱਡ ਕੇ ਲੜ ਰਹੀਆਂ ਨੇ ਭਾਈ। ਕਿਉਂ ਲੜ ਰਹੀਆਂ ਨੇ? ਵੀ ਇਹਦੇ ਵਿੱਚ ਸਾਡਾ ਹਿੱਤ ਆ, ਸਾਡੇ 20 ਵਖਰੇਵੇਂ ਹੋਣ, 20 ਸਮੱਸਿਆ ਹੋਣ, ਕਿਉਂਕਿ ਸਾਡਾ ਖਤਮ ਹੋ ਜਾਣਾ ਸਾਰਾ ਕੁਝ। ਉਹ ਸਿਆਸੀ ਪਾਰਟੀਆਂ ਪਹਿਲ ਕਦਮ ਕਰਕੇ ਨਾਕਾਮਯਾਬ ਰਹੀਆਂ, ਇੱਕ ਸਟੇਪ ਤੇ ਆ ਕੇ ਸਾਰੀਆਂ ਇਕੱਠੀਆਂ ਹੋ ਕੇ। ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਕੋਈ ਅਜਿਹੀ ਕਮੇਟੀ ਬਣ ਜਾਂਦੀ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਜਾਂ ਜਿਹੜੇ ਸੁਖਦੇਵ ਸਿੰਘ ਢੀਂਡਸਾ ਜਾਂ ਹੋਰ ਜਿਹੜੇ ਵੱਡੇ ਆਗੂ ਨੇ, 5-7 ਪੰਜਾਬ ਦੇ ਮੇਨ ਨਾਮ ਨੇ, ਉਹ ਉਸ ਦੇ ਵਿੱਚ ਵਫਦ ਦੇ ਵਿੱਚ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਜਾਂਦੇ? ਕਿਉਂ ਨਾ? ਉਹ ਪੰਜਾਬ ਦਾ ਸਾਂਝਾ ਏਜੰਡਾ ਜਾਂਦਾ ਨਾ ਵੀ ਆਹ ਏਜੰਡਾ ਸਾਡਾ ਨਹੀਂ ਹੈ, ਇਹ ਪੰਜਾਬ ਦਾ ਏਜੰਡਾ ਹੈ। ਉਹਦਾ ਜਿਹੜਾ ਨੈਰੇਟਿਵ ਬਣਨਾ ਸੀ, ਉਹਦੀ ਜਿਹੜੀ ਸਾਂਝ ਦੀ ਇੱਕ ਦਿਸ਼ਾ ਬਣਨੀ ਸੀ, ਉਹ ਆਪਣੇ ਆਪ 'ਚ ਬਹੁਤ ਵੱਡੀ ਹੋਣੀ ਸੀ ਵੀ ਪੰਜਾਬ ਦੇ ਸਿਆਸਤਦਾਨ ਆਪ ਦੀ ਕੁਰਸੀ ਦੀ ਲੜਾਈ ਤੋਂ ਉੱਪਰ ਉੱਠ ਕੇ ਚੱਲ ਰਹੇ ਨੇ। ਇਹ ਨਹੀਂ ਹੋ ਸਕਿਆ, ਬਦਕਿਸਮਤੀ ਤਾਂ ਨਹੀਂ ਹੋ ਸਕਦਾ, ਬਿਲਕੁਲ ਅਨਫੋਰਚੂਨੇਟਲੀ ਕਿ ਨਹੀਂ ਹੋ ਸਕਿਆ, ਕਿ ਸਿਆਸੀ ਪਾਰਟੀਆਂ ਉਸ ਤਰੀਕੇ ਨਾਲ ਨਹੀਂ ਰਿਐਕਟ ਕਰ ਸਕੀਆਂ। ਛੋਟੇ ਜਿਹੇ ਬ੍ਰੇਕ ਲਈ ਰੁਕਣਾ ਹੋਏਗਾ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ। ਬ੍ਰੇਕ ਦੇ ਉਸ ਪਾਰ ਕੋਸ਼ਿਸ਼ ਕਰਾਂਗੇ ਕਿ ਇਸ ਗੱਲਬਾਤ ਨੂੰ ਕਿਸ ਪੁਆਇੰਟ ਤੇ ਸ਼ੁਰੂ ਕੀਤਾ ਜਾ ਸਕਦਾ ਹੈ। ਜੇ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਨਵਾਂ ਪ੍ਰਪੋਜ਼ਲ ਕੀ ਹੋ ਸਕਦਾ ਹੈ, ਕਿ ਨਵਾਂ ਪ੍ਰਪੋਜ਼ਲ ਕੋਈ ਹੋ ਵੀ ਸਕਦਾ ਹੈ ਜਾਂ ਨਹੀਂ ਹੋ ਸਕਦਾ, ਇਸ ਦੇ ਉੱਤੇ ਗੱਲਬਾਤ ਕਰਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ।